ਜਿਵੇਂ ਜਿਹੜਾ ਇੱਕ ਦਿਨ ਦਾ ਕੰਮ ਕੀਤਾ ਉਹ ਵੀ ਮੈਟਰ ਕਰਦਾ ਈਵਨ ਤੁਸੀਂ 1 ਘੰਟਾ ਕੰਮ ਕੀਤਾ ਉਹ ਮੈਟਰ ਕਰਦਾ। ਇਹ ਕੈਨੇਡਾ ਦੇ ਵਿੱਚ ਰੂਲਸ ਆ। ਜਿਵੇਂ ਹੁਣ ਕਿਸੇ ਨੇ ਪ੍ਰੋਵਿੰਸ ਚੇਂਜ ਕਰ ਲਈ ਆ ਜੀ ਤੇ ਨਾ ਉਹਦਾ ਕੋਈ ਪਿੱਛੇ ਕੰਟੈਕਟ ਰਿਹਾ ਵੀ ਮੈਂ ਜਿੱਦੋਂ T4 ਮੰਗਾਵਾਂ ਜੀ ਤੇ ਮੰਨ ਲਓ ਵੀ ਜਿਹੜੇ ਉਹਦੇ ਯਾਰ ਦੋਸਤ ਸੀ ਜਾਂ ਉਹ ਵੀ ਕਿਤੇ ਦੂਰ ਚਲੇ ਗਏ ਨੇ, ਹੁਣ ਉਹਦਾ ਜਿਹੜਾ ਓਨਰ ਸੀਗਾ ਜਾਂ ਨਹੀਂ ਉਹਦੇ ਨਾਲ ਕੋਈ ਲਿੰਕ ਰਿਹਾ ਵੀ ਮੈਨੂੰ T4 ਜੀ ਮੇਰੇ ਦੱਸ ਦਿਓ ਜੇ ਕੋਈ ਆਈ। ਓਕੇ। ਤੇ ਭਾਈ ਇਦਾਂ ਦਾ ਵੀ ਕੁਝ ਹੁੰਦਾ ਵੀ ਆਨਲਾਈਨ ਵੀ ਤੁਸੀਂ ਜਾ ਕੇ T4 ਕੱਢ ਸਕਦੇ ਜਾਂ ਤੁਹਾਡਾ ਪਿੱਛੇ ਰਿਸ਼ਤਾ ਹੋਇਆ, ਪ੍ਰੋਪਰ ਹੋਇਆ, ਸਾਰਾ ਕੁਝ ਹੋਇਆ, ਫਿਰ ਤੁਸੀਂ ਮੈਰਿਟਲ ਸਟੇਟਸ ਕਿਉਂ ਲੁਕਾਉਂਦੇ ਹੋ? ਗੁਫ਼ਤਗੂ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸਤਨਾਮ ਸਿੰਘ। ਆਪਾਂ ਜਿਵੇਂ ਤੁਹਾਨੂੰ ਪਤਾ ਹੈ ਵੀ ਸਟੂਡੈਂਟ ਦੀ ਹੈਲਪ ਲਈ ਆਪਾਂ ਕੋਈ ਨਾ ਕੋਈ ਵੀਡੀਓ ਲੈ ਕੇ ਆਉਂਦੇ ਹਾਂ। ਜਿਵੇਂ ਆਪਾਂ ਇਮੀਗ੍ਰੇਸ਼ਨ ਦੇ ਉੱਤੇ ਵੀਡੀਓ ਲੈ ਕੇ ਆਉਂਦੇ, ਅੱਜ ਜਿਹੜੀ ਵੀਡੀਓ ਹੈਗੀ ਆ ਉਹ ਅਕਾਊਂਟ ਨਾਲ ਰਿਲੇਟਡ ਹੈਗੀ ਆ ਵੀ ਜਿਹੜਾ ਆਪਾਂ ਜਦੋਂ ਕੈਨੇਡਾ ਦੇ ਵਿੱਚ ਆਉਂਦੇ ਉਹਦਾ ਟੈਕਸ ਭਰਨਾ ਬੜਾ ਜ਼ਰੂਰੀ ਹੁੰਦਾ ਆ। ਅੱਜ ਆਪਾਂ ਭਾਜੀ ਉਹਨਾਂ ਕੋਲ ਆਏ ਹਾਂ ਤੇ ਇਹਨਾਂ ਤੋਂ ਆਪਾਂ ਪੁੱਛਾਂਗੇ ਜਿਹੜੇ ਫਸਟ ਟਾਈਮ ਸਟੂਡੈਂਟ ਕਿਸੇ ਵੀ ਕੰਟਰੀ ਤੋਂ ਇੱਧਰ ਆਉਂਦੇ ਨੇ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਤੇ ਕਦੋਂ ਆਪਣਾ ਟੈਕਸ ਆ ਜਿਹੜਾ ਫਿਲ ਕਰ ਸਕਦੇ ਨੇ। ਸਭ ਨਾਲੋਂ ਪਹਿਲਾਂ ਆਪਾਂ ਭਾਜੀ ਨਾਲ ਸਵਾਗਤ ਕਰਦੇ ਹਾਂ। ਭਾਜੀ ਤੁਹਾਡਾ ਬਹੁਤ ਧੰਨਵਾਦ ਜੀ। ਜੀ ਥੈਂਕ ਯੂ ਸੋ ਮਚ। ਤੇ ਭਾਜੀ ਸਭ ਨਾਲੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸ ਦਿਓ ਤੇ ਜਿਹੜਾ ਆਪਣਾ ਆਫਿਸ ਆ ਜੀ ਇਹਦਾ ਸਾਰਾ ਨਾਮ ਦੱਸ ਦਿਓ, ਕਿੱਥੇ ਹੈਗਾ ਜੀ? ਜੀ ਮੇਰਾ ਨਾਮ ਹੈਗਾ ਜੀ ਪਰਮਿੰਦਰ ਸਿੰਘ ਹੈਗਾ, ਸਾਰੇ ਮੈਨੂੰ ਜਾਣਦੇ ਆ ਪਰਮਿੰਦਰ ਸਿੰਘ ਜੰਡਾਲੀ ਕਰਕੇ ਸਾਰੇ ਜਾਣਦੇ ਹੈਗੇ ਆ। ਸਾਡੀ ਫਰਮ ਦਾ ਨਾਮ ਹੈਗਾ ਗਰੇਵਾਲ ਐਂਡ ਜੰਡਾਲੀ ਅਕਾਊਂਟਿੰਗ ਸਰਵਿਸਿਜ਼। ਅਸੀਂ 2 ਪਾਰਟਨਰ ਆ ਇਹਦੇ ਵਿੱਚ, ਮੈਂ ਪਰਮਿੰਦਰ ਸਿੰਘ ਜੰਡਾਲੀ ਤੇ ਮੇਰੇ ਵੀਰ ਅਰਜਨ ਸਿੰਘ ਗਰੇਵਾਲ ਜੀ। ਅਸੀਂ ਦੋਨੇ ਹੀ ਇਸ ਦੂਸਰੀ ਫਰਮ ਨੂੰ ਰਨ ਕਰ ਰਹੇ ਹਾਂ ਫਰੋਮ ਲਾਸਟ 14 ਈਅਰ। ਤੇ ਸਾਡਾ ਐਡਰੈਸ ਹੈਗਾ ਜੀ 30 ਇੰਟਰਮੋਡਲ ਡਰਾਈਵ ਯੂਨਿਟ 201 ਬਰੈਂਪਟਨ 'ਚ। ਤੇ ਭਾਜੀ ਜਿਵੇਂ ਆਪਣੇ ਸਟੂਡੈਂਟ ਆਉਂਦੇ ਨੇ ਤੁਹਾਡੇ ਕੋਲ ਵੀ ਆਉਂਦੇ ਹੋਣਗੇ, ਉਹ ਵੀ ਹੋਣਗੇ ਜਿਨ੍ਹਾਂ ਨੇ ਟੈਕਸ ਫਾਈਲ ਕਰ ਲਿਆ ਆ, ਬਟ ਜਿਵੇਂ ਮੈਂ ਭਾਜੀ ਕੋਲ ਆਇਆ ਸੀਗਾ ਮੇਰਾ ਟੈਕਸ ਫੇਲ ਹੋਇਆ ਸੀਗਾ, ਬਟ ਮੈਂ ਪ੍ਰੋਬਲਮ ਇਹ ਆਈ ਸੀ ਮੈਂ ਆਪਣੀ ਕਦੇ ਲੈਟਰ ਹੀ ਨਹੀਂ ਸੀ ਚੈੱਕ ਕੀਤੇ। ਦੈਨ ਭਾਜੀ ਨੇ ਜਾਣੀ ਕਿ ਮੇਰੇ ਜਿਹੜੇ CRA ਦੇ ਕ੍ਰੈਡਿਟ ਸੀਗੇ 0 ਹੋ ਗਏ ਸੀਗੇ, ਫਿਰ ਭਾਜੀ ਉਹਨਾਂ ਨੇ ਪੂਰੀ ਹੈਲਪ ਕੀਤੀ ਸੀ। ਤੇ ਮੈਨੂੰ ਇਹ ਸੀਗਾ ਵੀ ਜਿਹੜੇ ਹੋਰ ਸਟੂਡੈਂਟ ਨੇ ਉਹ ਇਹ ਚੀਜ਼ ਨਾ ਪ੍ਰੋਬਲਮ ਫੇਸ ਕਰਨ। ਭਾਜੀ ਜਿਵੇਂ ਹੁਣ ਸਾਰਿਆਂ ਨਾਲੋਂ ਪਹਿਲਾਂ ਮੈਨੂੰ ਲੱਗਦਾ ਸਟੂਡੈਂਟ ਨੂੰ ਅੱਧਿਆਂ ਨੂੰ ਤਾਂ ਇਹ ਨਹੀਂ ਪਤਾ ਹੋਣਾ ਵੀ ਜਿਹੜਾ ਟੈਕਸ ਆ ਉਹ ਕਿੰਨਾ ਕੁ ਜ਼ਰੂਰੀ ਆ। ਆਪਾਂ ਜਿਵੇਂ ਇੰਡੀਆ ਸਕਿਪ ਕਰ ਦਿੰਦੇ ਹੁੰਦੇ ਹਾਂ, ਕਹਿ ਦਿੰਦੇ ਹਾਂ ਵੀ ਹਲੇ ਕਿਹੜਾ ਮੈਂ ਤਾਂ ਸਟੂਡੈਂਟ ਹਾਂ ਜਾਂ ਮੈਨੂੰ ਕਿਹੜਾ ਲੋੜ ਆ, ਮੈਂ ਕਿਹੜਾ ਇੱਥੇ ਚੰਗੀ ਤਰ੍ਹਾਂ ਕੰਮ ਕਰਦਾ ਜੀ। ਤੇ ਭਾਜੀ ਉਹ ਇਨਫੋਰਮੇਸ਼ਨ ਮਾੜੀ ਦੱਸੋ ਜੀ ਵੀ ਕਿੰਨਾ ਕੁ ਜ਼ਰੂਰੀ ਆ ਜੀ ਕੈਨੇਡਾ ਦੇ ਵਿੱਚ ਟੈਕਸ ਫਿਲ ਕਰਨਾ ਜੀ। ਆਪਾਂ ਅਸਲ 'ਚ ਬੇਸਿਕਲੀ ਜਿੱਥੋਂ ਆਏ ਆ ਜਾਂ ਬਹੁਤੇ ਸਟੂਡੈਂਟ ਜਿਵੇਂ ਆਪਾਂ ਰੂਰਲ ਬੈਕਗਰਾਊਂਡ 'ਚੋਂ ਆਪਾਂ ਜੇ ਪੰਜਾਬ ਵਾਲੇ ਪਾਰਟ ਨੂੰ ਪਹਿਲਾਂ ਆਪਾਂ ਕੰਸੀਡਰ ਕਰ ਲੈਂਦੇ ਹੈਗੇ ਹਨ। ਆਪਾਂ ਮੋਸਟਲੀ ਆਪਣੇ ਸਟੂਡੈਂਟ ਸਾਰੇ ਪਿੰਡਾਂ 'ਚੋਂ ਆਏ ਹੈਗੇ ਆ ਜੀ। ਤੇ ਜਿੱਥੋਂ ਆਪਾਂ ਆਏ ਆ ਉੱਥੇ ਕੋਈ ਟੈਕਸ ਦਾ ਬਹੁਤਾ ਵੱਡਾ ਕੋਈ ਕਨਸੈਪਟ ਨਹੀਂ ਹੈਗਾ, ਕੋਈ ਇਹਨੂੰ ਸੀਰੀਅਸਲੀ ਨਹੀਂ ਲੈਂਦਾ ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਹਨਾ ਜੀ। ਪਰ ਇੱਥੇ ਜਿਹੜਾ ਹੈਗਾ ਵਾ ਇੱਥੇ ਜਿਹੜਾ ਟੈਕਸ ਦਾ ਕਨਸੈਪਟ ਆ ਉਹ ਇਹਨੂੰ ਇਹ ਬਹੁਤ ਸੀਰੀਅਸ ਲੈਂਦੇ ਆ। ਕਹਿਣ ਦਾ ਭਾਵ ਜਿੰਨੇ ਵੀ ਬੈਨੀਫਿਟਸ ਵਗੈਰਾ ਕੁਝ ਵੀ ਲੱਗਣਾ ਹੈਗਾ ਉਹ ਸਾਰੀ ਤੁਹਾਡੀ ਇਨਕਮ ਦੇ ਉੱਤੇ ਆ। ਤੇ ਇਨਕਮ ਦੇ ਜੇ ਤੁਸੀਂ ਇਨਕਮ ਕੋਈ ਪਰਟੀਕੂਲਰ ਕਿਸੇ ਸਾਲ ਦੇ ਵਿੱਚ ਬਣਾਈ ਹੈਗੀ ਆ ਤਾਂ ਆਪਾਂ ਨੂੰ ਉਹ ਡਿਕਲੇਅਰ ਕਰਨੀ ਲਾਜ਼ਮੀ ਆ ਤੇ ਬੈਨੀਫਿਟ ਵੀ ਉਸੇ ਇਨਕਮ ਦੇ ਉੱਤੇ ਬੇਸਡ ਹੀ ਆਪਾਂ ਨੂੰ ਲੱਗਣੇ ਹੈਗੇ ਨੇ। ਜਿਵੇਂ ਫਾਰ ਐਗਜ਼ਾਮਪਲ ਹਨਾ 2 ਬੈਨੀਫਿਟ ਜਦੋਂ ਨਵਾਂ ਸਟੂਡੈਂਟ ਆਉਂਦਾ ਵਾ ਉਹਨੂੰ 2 ਬੈਨੀਫਿਟ ਆ ਜਿਹੜੇ ਉਹਦੇ ਮਾਈਂਡ ਦੇ, ਇੱਕ ਸਭ ਤੋਂ ਵੱਡਾ ਬੈਨੀਫਿਟ ਉਹਦੇ ਮਾਈਂਡ ਦੇ ਵਿੱਚ ਹੁੰਦਾ ਵੈਲਕਮ ਕੈਨੇਡਾ ਦਾ ਹਨਾ ਜੀ। ਜਿਹੜਾ ਵੈਲਕਮ ਕੈਨੇਡਾ ਅਸਲ ਦੇ ਵਿੱਚ ਉਹ GST HST ਦੀ ਐਪਲੀਕੇਸ਼ਨ ਹੈਗੀ ਆ ਜੀ। ਉਹ ਕੀ ਹੈਗੀ ਆ ਉਹ ਅਸਲ 'ਚ ਵੈਲਕਮ ਕੈਨੇਡਾ ਜਾਂ GST HST ਦੀ ਐਪਲੀਕੇਸ਼ਨ ਕੀ ਆ, ਉਹ ਹੈਗਾ ਵਾ ਜਦੋਂ ਤੁਸੀਂ ਇਸ ਕੰਟਰੀ ਦੇ ਵਿੱਚ ਆਉਨੇ ਹੋ ਤਾਂ ਤੁਹਾਨੂੰ ਇਨਕਮ ਦੇ ਉੱਤੇ ਬੇਸਡ ਗਵਰਨਮੈਂਟ ਇੱਕ ਕ੍ਰੈਡਿਟਸ ਦਿੰਦੀ ਆ, ਬੈਨੀਫਿਟਸ ਦਿੰਦੀ ਆ, ਥੋੜੇ ਜਿਹੇ $500 ਤੋਂ $600 ਦੇ ਵਿੱਚ ਵੇਰੀ ਕਰਦੇ ਆ ਡਿਪੈਂਡਿੰਗ ਅਪੋਨ ਇਹ ਪਰਟੀਕੂਲਰ ਈਅਰ ਦੇ ਉੱਤੇ ਹਨਾ ਜੀ। ਤਾਂ ਉਹ ਕੀ ਹੈਗਾ ਜਿਵੇਂ ਕੋਈ ਬੰਦਾ ਉਹਨਾਂ ਨੇ ਮੰਨ ਲਓ $600 ਰੱਖ ਲਿਆ ਸਾਰੇ ਸਾਲ ਦਾ ਜੀ, ਸਾਰੇ ਸਾਲ ਦਾ ਰੱਖ ਲਿਆ। ਕੋਈ ਬੰਦਾ ਆ ਗਿਆ ਇੱਥੇ 1 ਜੁਲਾਈ ਨੂੰ ਆਇਆ ਤਾਂ 6 ਮਹੀਨੇ ਉਹ ਸਟੇ ਕਰਿਆ ਇੱਥੇ ਜੁਲਾਈ ਤੋਂ ਲੈ ਕੇ ਦਸੰਬਰ ਤੱਕ ਦੇ ਪੀਰੀਅਡ ਦੇ ਵਿੱਚ। ਉਸ ਪਰਟੀਕੂਲਰ ਸਾਲ 'ਚ ਜਦੋਂ ਸਟੂਡੈਂਟ ਐਂਟਰ ਹੋਇਆ ਤਾਂ ਉਹ 6 ਮਹੀਨੇ ਦੇ ਬੈਨੀਫਿਟ ਦੇ ਲਈ ਐਲੀਜੀਬਲ ਆ ਤਾਂ ਤੁਹਾਨੂੰ $300 ਮਿਲਣਾ। ਕਈ ਵਾਰ ਉਹ ਬੱਚੇ ਪੁੱਛ ਲੈਂਦੇ ਜੀ ਸਾਨੂੰ ਕਿੰਨਾ ਮਿਲੂ, ਉਹਨੂੰ 500 ਮਿਲ ਗਿਆ, ਉਹਨੂੰ 700। ਇਹੋ ਜਿਹਾ ਕੁਛ ਨਹੀਂ ਹੈ। ਉਹਨਾਂ ਨੇ ਇੱਕ ਬੇਸਿਕ ਰੱਖਿਆ ਵੀ ਸਾਰੇ ਸਾਲ ਦਾ ਅਸੀਂ ਇੰਨਾ ਕ੍ਰੈਡਿਟ ਦੇਣਾ ਵਾ ਤੇ ਤੁਹਾਡੀ ਸਟੇ ਕਿੰਨੀ ਹੋਈ ਇਸ ਕੰਟਰੀ 'ਚ ਉਹਦੇ ਉੱਤੇ ਬੇਸਡ ਉਹ ਜਿਹੜਾ ਬੈਨੀਫਿਟ ਆ ਕੈਲਕੂਲੇਟ ਕੀਤਾ ਜਾਂਦਾ। ਠੀਕ ਹੈ ਜੀ। ਜਦੋਂ ਤੁਸੀਂ ਨਵੇਂ ਆਉਂਦੇ ਹੋ ਉਹਦੇ ਲਈ ਤੁਹਾਡੀ ਅਜੇ ਕੋਈ ਰਿਟਰਨ ਫਾਈਲ ਨਹੀਂ ਕੀਤੀ ਹੁੰਦੀ ਤਾਂ ਤੁਸੀਂ GST HST ਦੀ ਐਪਲੀਕੇਸ਼ਨ ਜਾਂ ਜਿਹਨੂੰ ਵੈਲਕਮ ਕਹਿੰਦੇ ਆ ਸਟੂਡੈਂਟਸ ਨੇ ਉਹਦਾ ਨਾਮ ਵੈਲਕਮ ਪਾਇਆ, ਉਹ GST HST ਦੀ ਐਪਲੀਕੇਸ਼ਨ ਇੰਡੀਵਿਜੂਅਲੀ ਤੌਰ ਦੇ ਉੱਤੇ ਕਰ ਸਕਦੇ ਹੋ। ਉਹਨੂੰ ਪ੍ਰੋਸੈਸ ਕਰਨ ਦੇ ਲਈ ਉਹ 8 ਤੋਂ 10 ਵੀਕ ਲੈਂਦੇ ਆ। ਜਦੋਂ ਉਹ ਪ੍ਰੋਸੈਸ ਕਰ ਦਿੰਦੇ ਹੈਗੇ ਆ ਤਾਂ ਆਟੋਮੈਟਿਕਲੀ ਜੇ ਤੁਸੀਂ ਡਾਇਰੈਕਟ ਡਿਪੋਜ਼ਿਟ ਜਾਂ ਕੁਝ ਵੀ ਦਿੱਤਾ ਤਾਂ ਸਾਰਾ ਜਿੰਨਾ ਵੀ ਤੁਹਾਡਾ ਕ੍ਰੈਡਿਟ ਬਣਦਾ ਵਾ, ਜੋ ਵੀ ਪੈਸਾ 300 250 200 ਜੋ ਵੀ ਬਣਦਾ ਉਹ ਆਟੋਮੈਟਿਕਲੀ ਤੁਹਾਡੇ ਅਕਾਊਂਟ ਦੇ ਵਿੱਚ ਡਿਪੋਜ਼ਿਟ ਕਰ ਦਿੰਦੇ ਆ। ਜੇ ਤੁਸੀਂ ਡਾਇਰੈਕਟ ਡਿਪੋਜ਼ਿਟ ਦੀ ਇਨਫੋਰਮੇਸ਼ਨ ਨਹੀਂ ਦੇਗੇ
ਤਾਂ ਫਿਰ ਉਹ ਜਿਹੜਾ ਹੈਗਾ ਵਾ ਉਹ ਤੁਹਾਨੂੰ ਚੈੱਕ ਭੇਜ Check, ਦਿੰਦੇ ਨੇ। ਠੀਕ ਹੈ ਭਾਜੀ। ਸੋ ਇਸ ਤਰੀਕੇ ਦੇ ਨਾਲ ਚੱਲਦਾ ਹੈਗਾ ਵਾ ਇਹ ਸਾਰਾ ਫੰਡਾ ਜਿਹੜਾ ਹੈਗਾ ਇਹ ਹੈਗਾ ਪਹਿਲਾ ਫੰਡਾ ਹਨਾ, ਠੀਕ ਹੈ ਜੀ। ਜਿਹੜਾ ਕਿ ਜਿਹਨੂੰ ਵੈਲਕਮ ਤੇ GSD HSD ਕਹਿੰਦੇ। ਜੀ। ਦੂਸਰਾ ਜਿਹੜਾ ਫੰਡਾ ਹੈਗਾ, ਦੂਸਰਾ ਜਿਹੜਾ ਕ੍ਰੈਡਿਟ ਹੈਗਾ ਬੇਸਿਕਲੀ ਉਹ ਹੈਗਾ ਵਾ OTB, ਅੰਟਾਰੀਓ ਟ੍ਰਿਲੀਅਮ ਬੈਨੀਫਿਟ ਮਿਲਦਾ ਹੈਗਾ। ਜੀ। ਅੰਟਾਰੀਓ ਟ੍ਰਿਲੀਅਮ ਬੈਨੀਫਿਟ ਦੇ ਲਈ ਤੁਹਾਡੇ ਕੋਲੇ ਦੋ ਯੋਗਤਾਵਾਂ ਹੋਣੀਆਂ ਜ਼ਰੂਰੀ ਆ। ਪਹਿਲੀ ਯੋਗਤਾ, ਜਾਂ ਤਾਂ ਤੁਸੀਂ ਇੱਥੇ ਰੈਂਟ ਦਿੱਤਾ ਜੀ। ਜਾਂ ਤੁਸੀਂ ਪ੍ਰਾਪਰਟੀ ਓਨ ਕਰਦੇ ਹੋ, ਉਹਦੇ ਤੇ ਪ੍ਰਾਪਰਟੀ ਟੈਕਸ ਦਿੱਤਾ। ਜੀ। ਉਹ ਵੀ ਉਹਨਾਂ ਨੇ ਇੱਕ ਪਾਰਟਿਕੂਲਰ ਪਹਿਲਾਂ ਸੈੱਟ ਕੀਤਾ ਹੋਇਆ ਵੀ ਟੋਟਲ ਅਸੀਂ ਇੰਨਾ ਹੀ ਦੇਣਾ, 628 ਦੇਣੇ ਆ, 528 ਡਿਪੈਂਡਿੰਗ ਔਨ ਅ ਪਾਰਟਿਕੂਲਰ ਈਅਰ ਦੇ ਉੱਤੇ। ਜੀ। ਉਹਦੇ ਲਈ ਆਪਾਂ ਨੂੰ ਰਿਟਰਨ ਭਰਨੀ ਜ਼ਰੂਰੀ ਆ। ਜੀ। ਜੇ ਨਵਾਂ ਸਟੂਡੈਂਟ ਕੋਈ ਆਇਆ ਇੱਥੇ, ਉਹ ਰੈਂਟ ਪੇ ਕਰਦਾ ਵਾ, ਤਾਂ ਉਹ ਆਪਦੀ ਰਿਟਰਨ ਦੇ ਵਿੱਚ ਅੰਟਾਰੀਓ ਬੈਨੀਫਿਟ ਦੇ ਥੱਲੇ ਆਪਦਾ ਜਿੰਨਾ ਉਹਨੇ ਰੈਂਟ ਪੇ ਕੀਤਾ ਉਹ ਦੱਸ ਕੇ ਆਪਦਾ ਜਿਹੜਾ ਬੈਨੀਫਿਟ ਆ ਉਹ ਕੈਲਕੂਲੇਟ ਕਰਵਾ ਕੇ ਗਵਰਨਮੈਂਟ ਤੋਂ ਲੈ ਸਕਦਾ। ਇਹ ਬੇਸਿਕ ਦੋ ਬੈਨੀਫਿਟਸ ਆ। ਜੀ। ਠੀਕ ਹੈ। GST HST ਦੀ ਜਾਂ ਵੈਲਕਮ ਦੀ ਐਪਲੀਕੇਸ਼ਨ ਦੇ ਲਈ ਤੁਹਾਡੀ ਰਿਟਰਨ ਦਾ ਭਰਿਆ ਹੋਣਾ ਨਹੀਂ ਜ਼ਰੂਰੀ, ਉਹ ਐਪਲੀਕੇਸ਼ਨ ਕਰਨੀ ਜ਼ਰੂਰੀ ਆ। ਪਰ ਜਿਹੜਾ OTB ਆ ਉਹਦੇ ਲਈ ਤੁਹਾਡੀ ਇਨਕਮ ਟੈਕਸ ਦਾ ਰਿਟਰਨ ਦਾ ਭਰਿਆ ਹੋਇਆ ਹੋਣਾ ਲਾਜ਼ਮੀ ਹੈ। ਤੇ ਭਾਈ ਜਿਹੜਾ ਫਿਰ ਆਪਾਂ ਨੇ ਬੇਸਮੈਂਟ ਕਹ ਲਓ, ਹੁਣ ਹਰੇਕ ਸਟੂਡੈਂਟ ਇੱਥੇ ਆ ਕੇ ਭਾਈ ਰੈਂਟ ਦੇ ਰਿਹਾ ਜੀ, ਫਿਰ ਭਾਜੀ ਉਹ ਵਾਲਾ ਰੈਂਟ ਦਾ ਆਪਾਂ ਨੂੰ ਪ੍ਰੂਫ ਵੀ ਚਾਹੀਦਾ ਜੀ? ਪ੍ਰੂਫ ਡਿਪੈਂਡ ਕਰਦਾ ਵਾ। ਜੇ CRA ਆਪਾਂ ਨੂੰ ਕੁਐਸਚਨ ਕਰਦੀ ਹੈਗੀ ਆ, ਕੱਲ ਨੂੰ ਤੁਸੀਂ ਇੱਕ ਪਾਰਟਿਕੂਲਰ ਜਗ੍ਹਾ ਦੇ ਉੱਤੇ ਰਹਿ ਰਹੇ ਹੋ ਜੀ, ਤਾਂ ਉਹ ਤੁਸੀਂ ਐਡਰੈਸ ਮੈਂਸ਼ਨ ਕਰਦੇ ਹੋ, ਕੱਲ ਨੂੰ ਉਸੇ ਅੰਟਾਰੀਓ ਬੈਨੀਫਿਟ ਐਪਲੀਕੇਸ਼ਨ ਦੇ ਫਾਰਮ ਦੇ ਵਿੱਚ ਤੁਸੀਂ ਇੱਕ ਪਾਰਟਿਕੂਲਰ ਐਡਰੈਸ ਵੀ ਮੈਂਸ਼ਨ ਕਰਦੇ ਹੋ ਵੀ ਮੈਂ ਇੱਥੇ ਰਹਿ ਰਿਹਾ, ਜੀ। ਉਹ ਅੰਡਰਸਟੈਂਡੇਬਲ ਆ ਵੀ ਇਹ ਇੱਥੇ ਰਹਿ ਰਿਹਾ। ਪਰ CRA ਆ ਜਿਹੜੀ ਕਈ ਵਾਰ ਕੀ ਕਰਦੀ ਹੈ, ਕ੍ਰਾਸ ਕਰਨ ਦੀ ਖਾਤਰ ਉਹ ਤੁਹਾਨੂੰ ਇੱਕ ਲੈਟਰ ਪਾ ਦਿੰਦੀ ਹੈਗੀ ਆ ਵੀ ਤੁਸੀਂ ਸਾਨੂੰ ਇਹਦਾ ਰੈਂਟਲ ਰਸੀਟ ਜਾਂ ਕੁਝ ਵੀ ਪ੍ਰੋਵਾਈਡ ਕਰੋ। ਇਫ ਦੇ ਕੁਐਸਚਨ ਡਸ ਯੈਸ ਵੀ ਹੈਵ ਟੂ ਪ੍ਰੋਵਾਈਡ ਦੀ ਰੈਂਟਲ ਰਸੀਟ ਟੂ ਦੀ CRA, ਅਦਰਵਾਈਜ਼ ਉਹ ਡਿਸਅਲਾਉ ਕਰ ਦਿੰਦੇ ਆ ਜੀ। ਯਾਨੀ ਕਿ ਜਿਹੜਾ ਫਿਰ ਰੈਂਟਲ ਵਾਲਾ ਹੁੰਦਾ ਉਹ ਵਿੱਚੋਂ ਕੱਢ ਦਿੰਦੇ ਉਹ ਰੈਂਟਲ ਪੋਰਸ਼ਨ ਨੂੰ ਡਿਸਅਲਾਉ ਕਰ ਦਿੰਦੇ ਆ। ਫਿਰ ਜਿਹੜਾ ਬਾਕੀ ਬੇਸਿਕ ਬਚਦਾ ਉਹਦੇ ਉੱਤੇ ਜਿੰਨਾ ਕੁ ਬੈਨੀਫਿਟ ਬਣਦਾ ਉਹਨੂੰ ਕੈਲਕੂਲੇਟ ਕਰਕੇ ਤੁਹਾਨੂੰ ਪੇ ਕਰ ਦਿੰਦੇ ਆ ਜੀ। ਭਾਈ ਇੱਕ ਨਾ ਸਟੂਡੈਂਟ ਨੂੰ ਇਹ ਹੁੰਦਾ ਆ ਵੀ ਮੰਨ ਲਓ ਮੈਂ ਸਤੰਬਰ ਚ ਆਇਆ ਸੀਗਾ, ਵੀ ਸਤੰਬਰ ਤੋਂ ਮੈਂ 3-4 ਮਹੀਨੇ ਲਾਏ ਨੇ, ਵੀ ਮੈਂ ਕਾਹਨੂੰ ਫਿਲ ਕਰਨਾ, ਵੀ ਮੈਂ ਹੁਣ ਅਗਲੇ ਸਾਲ ਦੇਖੂੰਗਾ ਜੀ। ਜਿਵੇਂ ਇਹ ਹੁੰਦਾ ਨਾ ਅਧਿਆਂ ਨੂੰ ਵੀ ਮੈਂ ਤਾਂ ਨਵਾਂ ਆ, ਇਹ ਵੀ ਹੁੰਦਾ ਵੀ ਮੈਂ ਭਰਨਾ ਆ ਬਟ ਮੈਂ 2 ਸਾਲ ਦਾ ਭਰਨਾ ਆ। ਤੇ ਇਹ ਵੀ ਭਾਜੀ ਕਿੱਦਾਂ ਹੁੰਦਾ ਵੀ ਇਹ ਠੀਕ ਆ ਤੁਹਾਡੇ ਅਕੋਰਡਿੰਗ ਵੀ ਆਪਾਂ ਇਦਾਂ 3-4 ਮਹੀਨੇ ਕਹਿ ਦਿੰਦੇ ਆ ਵੀ ਆਏ ਨੂੰ ਤਾਂ 3-4 ਮਹੀਨੇ ਹੋਏ ਨੇ? ਯੈਸ। ਤੁਹਾਡਾ ਕੁਐਸਚਨ ਇਹ ਆ ਵੀ ਉਹ ਡੈਫਰ ਕਰ ਦਿੰਦੀ ਆ ਆਪਦੇ ਹਾਂਜੀ। ਟੈਕਸ ਰਿਟਰਨ ਨੂੰ ਵੀ ਅਸੀਂ ਇਕੱਠੀ 2-3 ਸਾਲ ਬਾਅਦ। ਮੈਂ ਇਹ ਰეკਮੈਂਡ ਨਹੀਂ ਕਰਦਾ ਪਰਸਨਲੀ ਵੀ ਤੁਸੀਂ ਇਸ ਤਰ੍ਹਾਂ ਕਰੋ ਹਨਾ। ਜੀ। ਇਹ ਤੁਹਾਡੀ ਪਰਸਨਲ ਚੁਆਇਸ ਹੋ ਜਾਂਦੀ ਹੈਗੀ ਆ, ਜਾਂ ਤਾਂ ਤੁਹਾਡੀ ਲੇਜ਼ੀਨੈਸ ਹੈਗੀ ਆ ਵੀ ਤੁਸੀਂ ਤੁਹਾਡਾ ਮਨ ਨਹੀਂ ਹੈਗਾ ਵੀ ਤੁਸੀਂ ਜਾਣਾ ਨਹੀਂ ਚਾਹੁੰਦੇਗੇ ਹਨਾ। ਜੀ। ਨਹੀਂ, ਇਸ ਤਰ੍ਹਾਂ ਨਾ ਕਰੋ। ਮੈਂ ਤੁਹਾਨੂੰ ਇਹ ਸਲਾਹ ਇਹੀ ਦਊਂਗਾ, ਜਾਂ ਮਤਲਬ ਕਿ ਕਹਿ ਲਓ ਬੇਨਤੀ ਕਰੂੰ ਜਾਂ ਰਿਕੁਐਸਟ ਕਰੂੰਗਾ, ਅਗਰ ਜੀ। ਤੁਸੀਂ ਟਾਈਮ ਤੇ ਆ ਵੀ ਹੈਵ ਟੂ ਫੋਲੋ ਦਾ ਰੂਲਸ ਆਫ ਦਿਸ ਕੰਟਰੀ। ਜੀ। ਜੇ ਸੋਹਣੇ ਦੇਸ਼ 'ਚ ਆਏ ਹੋ, ਸਾਰਾ ਕੁਝ ਹੈਗਾ ਵਾ, ਤਾਂ ਉਹਨੂੰ ਪ੍ਰੋਪਰ ਫਾਲੋ ਕਰੋ। ਇਹਨੂੰ ਪਿਛਲੇ ਰੂਲਸ ਹੀ ਇੱਥੇ ਅਪਲਾਈ ਨਾ ਕਰੀ ਜਾਓ। ਥੋੜੀ ਜਿਹੀ ਸੋਚ ਨੂੰ ਆਪਣੇ ਤਰੀਕੇ ਨਾਲ ਨਾ ਚਲਾਓ, ਇਹਨੂੰ ਅਪਡੇਟ ਕਰੋ। ਠੀਕ ਹੈ ਭਾਈ। ਇੱਥੇ ਬਹੁਤ ਸੋਹਣਾ ਸਿਸਟਮ ਆ, ਤੁਹਾਡੇ ਬੈਨੀਫਿਟਸ ਹੈ ਨਹੀਂਗੇ ਜਾਂ ਕੁਝ ਹੋਰ ਹੈ ਨਹੀਂ, ਫਿਰ ਤੁਸੀਂ ਬਾਅਦ ਦੇ ਵਿੱਚ ਇਹਦੇ 'ਚ ਇੱਕ ਗੱਲ ਹੋਰ ਐਡ ਕਰ ਦਿੰਨਾ। ਫੋਰ ਐਗਜ਼ਾਮਪਲ ਕੋਈ 2019 ਚ ਆ ਗਿਆ ਹਨਾ, ਹੁਣ ਆਪਣਾ 2022 ਚੱਲ ਰਿਹਾ ਵਾ, ਜਿਹੜੀਆਂ ਰਿਟਰਨਾਂ ਬਣਦੀਆਂ ਨੇ 2019, 20 ਤੇ 21 3 ਸਾਲ ਦੀਆਂ ਨੇ ਜੀ। ਹੁਣ ਕੀ ਹੈਗਾ ਵਾ, ਜਿਹੜੇ ਬੈਨੀਫਿਟਸ ਆ ਸਾਰੇ ਉਹ ਆਪਾਂ ਜਿਹੜੇ ਕੈਲਕੂਲੇਟ ਹੋਣੇ ਆ ਉਹ ਸਾਲ ਬਾਏ ਸਾਲ ਹੀ ਹੋਣੇ ਨੇ। ਮਤਲਬ ਕਿ ਹਰ ਸਾਲ ਦਾ ਇੰਡੀਵਿਜੂਅਲ ਬੈਨੀਫਿਟ ਆ, ਰਾਈਟ। ਤੇ ਤੁਹਾਡੇ ਜਿਹੜੀ ਟਿਊਸ਼ਨ ਦੀ ਫੀਸ ਵੀ ਪੇ ਕੀਤੀ ਆ ਉਹਦੇ ਕ੍ਰੈਡਿਟਸ ਵੀ ਆਪਾਂ ਨੂੰ ਹਰ ਸਾਲ ਦੇ ਸਾਲ ਹੀ ਆਉਣੇ ਨੇ। ਠੀਕ ਹੈ। ਤੇ ਜਿਵੇਂ ਹੁਣ 2019 ਚ ਆਏ ਹੋ, ਆ ਕੇ ਤੁਸੀਂ ਕਾਲਜ ਦੇ ਵਿੱਚ ਕੋਈ ਫੀਸ ਪੇ ਕੀਤੀ ਆ, ਉਹਨੂੰ ਪਾਰਟਿਕੂਲਰ ਉਸੇ ਸਾਲ ਦੇ ਵਿੱਚ ਉਦੋਂ ਭਰੋ। ਨਾਲੇ ਜਿਹੜੇ ਬੈਨੀਫਿਟ ਆ ਪਾਰਟਿਕੂਲਰ ਲਓ, ਕਾਹ ਤੋਂ ਗਵਰਨਮੈਂਟ ਵੱਲ ਆਪਾਂ ਜਿਹੜੇ ਜਾਂ ਸਾਡੇ ਬੈਨੀਫਿਟ ਬਣਦੇ ਆ ਉਹ ਕਿਉਂ ਛੱਡੀਏ। ਤਾਂ ਮੇਰੀ ਪਰਸਨਲ ਰਿਕਮੈਂਡੇਸ਼ਨ ਆ, ਉਹਨੂੰ ਹਰ ਸਾਲ ਨਾਲ ਦੀ ਨਾਲ ਹੀ ਫਾਈਲ ਕਰ ਦੇਣਾ ਚਾਹੀਦਾ। ਭਾਈ ਜਿਵੇਂ ਜੇ ਕ੍ਰੈਡਿਟ ਮੰਨ ਲਓ ਮਾੜਾ ਜਿਹਾ, ਜਿਵੇਂ ਕ੍ਰੈਡਿਟ ਆਪਾਂ ਨੂੰ ਦੱਸਣ ਵੀ ਕ੍ਰੈਡਿਟ ਹੁੰਦੇ ਕੀ ਨੇ, ਵੀ ਮਾੜਾ ਜਿਹਾ ਇਹਨੂੰ ਦੱਸ ਦਵਾਂ ਵੀ ਕ੍ਰੈਡਿਟ ਅੱਧਿਆਂ ਨੂੰ ਇਹ ਉਹਨਾਂ ਨੇ ਵੀ ਸਟੱਡੀ ਦੇ ਕ੍ਰੈਡਿਟ ਕੀ ਹੁੰਦੇ ਨੇ। ਹਾਂ, ਸਭ ਤੋਂ ਜ਼ਿਆਦਾ ਕਨਫਿਊਜ਼ਨ ਆ ਜਿਹੜੀ ਬੱਚਿਆਂ ਨੂੰ, ਜਿਹੜੇ ਨਵੇਂ ਬੱਚੇ ਆ ਜਾਂ ਬੱਚੀਆਂ ਆਉਂਦੇ ਆ, ਉਹਨਾਂ ਨੂੰ ਮਤਲਬ ਕਿ ਟਿਊਸ਼ਨ ਕ੍ਰੈਡਿਟ ਦੀ ਬਹੁਤ ਕਨਫਿਊਜ਼ਨ ਆ। ਉਹ ਸੋਚਦੇ ਆ ਵੀ ਅਸੀਂ $22,000 ਦੀ ਜੇ ਟਿਊਸ਼ਨ ਫੀਸ ਪੇ ਕੀਤੀ ਆ ਤਾਂ ਸਾਨੂੰ $22,000 ਸਾਡਾ ਵਾਪਸ ਆਉਣਾ ਚਾਹੀਦਾ। ਉਹਨਾਂ ਦਾ ਕਈ ਵਾਰ ਇੱਥੇ ਕੁਐਸਚਨ ਹੁੰਦਾ ਵਾ, ਤਾਂ ਫਿਰ ਸਾਡੀ ਕੋਸ਼ਿਸ਼ ਹੁੰਦੀ ਆ, ਵੈਸੇ ਸਾਡੀ ਪਹਿਲੇ ਦਿਨ ਤੋਂ ਹੀ ਇਹ ਕੋਸ਼ਿਸ਼ ਰਹੀ ਆ ਵੀ ਅਸੀਂ ਉਹਨਾਂ ਨੂੰ ਕੱਲੀ ਗੱਲ ਨੂੰ ਐਕਸਪਲੇਨ ਕੀਤਾ ਜਾਵੇ। ਤੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਜਦੋਂ ਅਸੀਂ ਐਕਸਪਲੇਨ ਕਰਦੇ ਆ ਤਾਂ ਉਹ ਗੱਲ ਨੂੰ ਅੰਡਰਸਟੈਂਡ ਕਰਦੇ ਆ, ਤੇ ਉਹਨਾਂ ਦੇ ਜਿਹੜੇ ਮਾਈਂਡ ਦੇ ਵਿੱਚ ਮਤਲਬ ਕਿ ਰਿਊਮਰਸ ਜਾਂ ਕੁਝ ਹੋਰ ਉਹਨਾਂ ਦੇ ਹੋਏ ਹੁੰਦੇ ਆ, ਉਹ ਸਾਰੇ ਕਲੀਨ ਹੋ ਜਾਂਦਾ ਸਾਰਾ ਸਿਸਟਮ। ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਐਕਚੁਅਲ ਸਿਸਟਮ ਕੰਮ ਕਿਵੇਂ ਕਰਦਾ। ਹੁਣ ਜਿਹੜਾ ਟਿਊਸ਼ਨ ਕ੍ਰੈਡਿਟ ਦੀ ਆਪਾਂ ਗੱਲ ਕੀਤੀ ਆ ਵੀ ਟਿਊਸ਼ਨ ਕ੍ਰੈਡਿਟ ਦਾ ਕੀ ਫੰਡਾ ਵਾ। ਟਿਊਸ਼ਨ ਕ੍ਰੈਡਿਟ ਇਹ ਆ ਵੀ ਆਪਾਂ ਨੂੰ $20,000 ਦੀ ਆਪਾਂ ਫੀਸ ਪੇ ਕਰਤੀ, ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਨੂੰ $20,000 ਦਾ ਰਿਫੰਡ ਆ ਜਾਣਾ। $20,000 ਦਾ ਉਹਨਾਂ ਨੇ 15% $3,000 ਦਾ ਕ੍ਰੈਡਿਟ ਦੇਤਾ ਆਪਾਂ ਨੂੰ। ਹੁਣ ਕੀ ਹੋ ਗਿਆ, ਆਪਾਂ ਉੱਥੇ ਰਿਟਰਨ ਪ੍ਰੋਪਰ ਭਰੀ, ਟਿਊਸ਼ਨ ਕ੍ਰੈਡਿਟ ਆਪਾਂ ਉੱਥੇ ਰਿਪੋਰਟ ਕਰਤੇ,
ਤਾਂ ਉਦੋਂ ਬਾਅਦ ਸਾਨੂੰ ਉਹਨਾਂ ਨੇ ਉੱਥੇ ਦੱਸਤਾ ਵੀ ਤੁਹਾਡੇ ਇੰਨੇ ਟਿਊਸ਼ਨ ਕ੍ਰੈਡਿਟ ਖੜੇ ਆ, ਤਾਂ ਇਹਦਾ ਕਿੰਨਾ ਬਣਦਾ, ਇਹਦਾ 15% ਆਫ ਦਾ ਟੋਟਲ ਜੋ ਵੀ ਟਿਊਸ਼ਨ ਫੀਸ ਪੇ ਕੀਤੀ ਆ ਉਹਦਾ ਬਣ ਗਿਆ ਜੀ 20,000 ਦਾ ਮੰਨ ਲਓ 3,000 ਬਣ ਗਿਆ। ਹੁਣ ਆਹ ਸਾਲ ਦੇ ਵਿੱਚ ਆਪਾਂ ਉਹ ਕਹਿੰਦੇ ਜੀ ਅਸੀਂ ਫੀਸ ਪੇ ਕੀਤੀ ਸਾਨੂੰ ਕੁਝ ਮੁੜਿਆ ਹੀ ਨਹੀਂ ਕੁਝ ਮੁੜਨਾ ਨਹੀਂ। ਜਿਹੜਾ ਮੁੜਦਾ ਹੁੰਦਾ ਉਹ ਜਿਹੜਾ ਤੁਸੀਂ ਟੈਕਸ ਕੰਮ ਕੀਤਾ ਟੈਕਸ ਕਟਾਇਆ ਉਹ ਮੁੜਦਾ। ਠੀਕ ਹੈ ਜੀ। ਟਿਊਸ਼ਨ ਕ੍ਰੈਡਿਟ ਮੁੜਦੇ ਨਹੀਂਗੇ। ਟਿਊਸ਼ਨ ਕ੍ਰੈਡਿਟ ਜਦੋਂ ਨੈਕਸਟ ਈਅਰ ਦੇ ਵਿੱਚ ਤੁਸੀਂ ਪ੍ਰੋਪਰ PR ਹੋ ਗਏ ਸਭ ਕੁਝ ਹੋ ਗਿਆ 40,000 50,000 60,000 ਦੀ T4 ਫੁੱਲ ਸਾਲ ਕੰਮ ਕੀਤਾ ਬਣ ਗਈ ਉਹਦੇ ਤੇ 7,000 ਜਾਂ 8,000 ਡਾਲਰ ਦਾ ਤੁਹਾਡਾ ਟੈਕਸ ਕੱਟਿਆ ਗਿਆ ਤਾਂ ਉਹਦੇ ਵਿੱਚ ਟਿਊਸ਼ਨ ਕ੍ਰੈਡਿਟ ਫਿਰ ਹੈਲਪ ਕਰਦੇ ਆ ਮੈਕਸਿਮਾਈਜ਼ ਕਰਦੇ ਆ ਜਿਹੜਾ ਟੈਕਸ ਰਿਫੰਡ ਨੂੰ। ਠੀਕ ਹੈ ਭਾਜੀ। ਸਪੋਜ਼ ਕਰੋ ਵੀ ਆਪਣਾ 8,000 ਡਾਲਰ ਦਾ ਟੈਕਸ ਕੱਟਿਆ ਗਿਆ ਵੈਸੇ ਨਾਰਮਲ ਹਾਲਾਤਾਂ ਦੇ ਵਿੱਚ ਮੰਨ ਲਓ ਵੀ ਆਪਾਂ ਨੂੰ 2,000 ਡਾਲਰ ਦਾ ਟੈਕਸ ਮੁੜਨਾ ਸੀਗਾ ਪਰ ਆਪਣੇ ਟਿਊਸ਼ਨ ਕ੍ਰੈਡਿਟ ਉੱਥੇ 20,000 ਦੇ ਪਏ ਆ ਤਾਂ 15 ਦੂਣਾ 30 3,000 ਡਾਲਰ ਦੇ ਕ੍ਰੈਡਿਟਸ ਪਏ ਆ ਤਾਂ ਜਿਹੜਾ 7,000 ਕੱਟਿਆ ਗਿਆ ਜਾਂ 8 2 + 3 ਆਪਾਂ ਨੂੰ ਰਿਫੰਡ 5 ਮੁੜੂਗਾ। ਤਾਂ ਉਹ ਐਂ ਕੰਮ ਕਰਦੇ ਆ ਟਿਊਸ਼ਨ ਕ੍ਰੈਡਿਟ ਜਿਹੜੇ ਆਪਣੇ ਇਨ ਫਿਊਚਰ ਜਾ ਕੇ ਤੁਹਾਡੀ ਹੈਲਪ ਕਰਦੇ ਨੇ ਜਿਹੜਾ ਟੈਕਸ ਕੱਟਿਆ ਹੋਇਆ ਤੁਹਾਡੇ ਕਹਿ ਲਓ ਵੀ ਵੱਧ ਤੋਂ ਵੱਧ ਤੁਹਾਨੂੰ ਉਹਦੇ ਰਿਫੰਡ ਨੂੰ ਬੂਸਟ ਅਪ ਕਰ ਦਿੰਦੇ ਆ ਉਹਨੂੰ ਵੱਧ ਬੂਸਟ ਆਪਾਂ ਨੂੰ ਰਿਫੰਡ ਮਿਲਦਾ ਜੀ ਭਾਜੀ ਇਸ ਤਰ੍ਹਾਂ ਕੰਮ ਕਰਦੇ ਆ ਜੀ। ਫਿਰ ਭਾਈ ਜਿਹੜੇ ਹੁਣ ਅੱਧਿਆਂ ਨੂੰ ਵੀ ਵੈਸੇ ਕਨਫਿਊਜ਼ਨ ਹੋਣੀ ਸਟੂਡੈਂਟ ਨੂੰ ਵੀ ਜਿਹੜਾ ਕੈਸ਼ ਵਾਲਾ ਕੰਮ ਆ ਵੀ ਉਹ ਕੈਸ਼ ਵਾਲੇ ਕੰਮ ਨੂੰ ਕਿੱਦਾਂ CRA ਨੂੰ ਕੋਈ ਕੰਸਰਨ ਹੁੰਦਾ ਉਹਦੇ ਨਾਲ ਕਿ ਬਿਲਕੁਲ ਨਹੀਂ ਹੁੰਦਾ ਕਿਉਂਕਿ ਭਾਈ ਮੋਸਟਲੀ ਸਟੂਡੈਂਟ 20 ਘੰਟੇ ਸਿਨ ਤੇ ਨੇ ਜੀ ਤੇ ਬਾਕੀ ਤੁਹਾਨੂੰ ਪਤਾ ਉੱਪਰ ਵਾਲੇ ਘੰਟੇ ਉਹਨਾਂ ਨੇ ਫੀਸਾਂ ਭਰਨੀਆਂ ਨੇ ਸਾਰੇ ਕੈਸ਼ ਤੇ ਕੰਮ ਕਰਦੇ ਨੇ ਜੀ ਤੇ ਉਹਨਾਂ ਨੂੰ ਅੱਧਿਆਂ ਨੂੰ ਡਰਾਇਆ ਜਾਂਦਾ ਆ ਵੀ ਤੁਸੀਂ ਜੇ ਇਹ ਕਰੋਗੇ ਜ਼ਿਆਦਾ ਘੰਟੇ ਕਰੋਗੇ ਕੈਸ਼ ਤੇ ਕਰੋਗੇ CRA ਨੂੰ ਪਤਾ ਲੱਗ ਜਾਂਦਾ ਹੈ। ਇਹ ਬਾਕੀ ਭਾਈ ਪਤਾ ਲੱਗਦਾ ਕਿ ਨਹੀਂ ਲੱਗਦਾ ਜੀ? ਨਹੀਂ ਐ ਨਹੀਂ ਹੈਗਾਗਾ ਇਹਨਾਂ ਨੇ ਰੂਲ ਲੈ ਕੇ ਆਏ ਸੀ ਪਹਿਲਾਂ ਜੀ ਬਈ ਸਟੂਡੈਂਟ ਆ ਜਿਹੜਾ 20 ਆਵਰਸ ਲਈ ਕੰਮ ਕਰ ਸਕਦਾ ਵਾ ਜੀ ਠੀਕ ਆ 20 ਆਵਰਸ ਲਈ ਕੰਮ ਕਰ ਸਕਦਾ ਤਾਂ ਵੀ ਜੇ ਉਹ ਜ਼ਿਆਦਾ ਕੰਮ ਕਰਦਾ ਤਾਂ 20 ਮੰਨ ਲਓ ਤੁਸੀਂ ਆਪਾਂ ਇਹਨੂੰ ਕਿਵੇਂ ਕੈਲਕੂਲੇਟ ਕਰਦੇ ਹਾਂ ਕਿਵੇਂ ਉਹ ਸਾਰੇ ਕਨਸੈਪਟ ਨੂੰ ਲੈਂਦੇ ਆ। ਚਲੋ ਉਹਨਾਂ ਨੇ ਕਹਿਤਾ ਵੀ 20 ਆਵਰਸ ਤੁਸੀਂ ਕੰਮ ਕਰ ਸਕਦੇ ਹੋ ਪਰ ਵੀਕ ਦੇ ਹਨਾ ਜੀ ਤਾਂ ਜੇ ਆਪਾਂ ਦੇਖੀਏ ਵੀ ਆਪਣੇ ਟੋਟਲ ਵਰਕਿੰਗ ਵੀਕਸ ਹੈ ਕਿੰਨੇ ਨੇ 52 ਆਪਾਂ ਟੋਟਲ 52 ਨੇ ਹਨਾ ਜੀ ਤੇ ਜੇ ਆਪਾਂ ਦੇਖੀਏ ਵੀ 20 ਤਾਂ 80 ਆਵਰਸ ਬਣ ਗਏ ਇੱਕ ਮਹੀਨੇ ਦੇ ਬੇਸਿਕ ਆਪਾਂ ਜਨਰਲ ਮੰਨ ਲਓ ਅਸਿਊਮ ਕਰ ਲਓ ਹਨਾ ਜ਼ਿਆਦਾ ਡੀਪ ਡਿਟੇਲ ਚ ਨਹੀਂ ਇੱਕ ਨੰਬਰ ਤੇ ਆਉਣ ਦੀ ਖਾਤਰ ਹੁਣ ਹੋ ਗਿਆ 80 ਘੰਟੇ ਅਸੀਂ ਕੰਮ ਕੀਤਾ ਜੀ ਤੇ 80 ਘੰਟੇ ਦੇ ਉਹਨਾਂ ਨੇ ਦੱਸਤਾ ਵੀ ਤੁਹਾਨੂੰ ਅਸੀਂ $15 ਦੇ ਰਹੇ ਹਾਂ ਮੰਨ ਲਓ ਸਟੂਡੈਂਟ ਲਈ ਵੀ 14 ਜਾਂ 15 ਮੰਨ ਲਏ 15 8 120 $1,200 ਆਪਣਾ ਗ੍ਰੋਸ ਬਣ ਗਈ ਆਪਣੀ ਜਿਹੜੀ ਹੈਗੀ ਆ ਪਰ ਮੰਥ ਦੀ ਜੀ ਭਾਜੀ। ਤੇ ਜੇ ਆਪਾਂ ਸਾਲ ਦੀ ਲੈ ਕੇ ਚੱਲਦੇ ਆ ਸਟੂਡੈਂਟ ਨੇ ਰੈਗੂਲਰ ਕੰਮ ਕੀਤਾ 12 144 $14,400 ਦੀ ਗ੍ਰੋਸ ਬਣ ਗਈ। ਹੁਣ ਇਹ ਤਾਂ ਹੋ ਗਿਆ ਇੱਕ ਨਾਰਮਲ ਹੋ ਗਿਆ ਸਟੂਡੈਂਟ ਅਲਾਉਡ ਆ ਉਹ ਕਹਿੰਦੇ ਅਸੀਂ 20 ਆਵਰਸ ਦੇਣੇ ਸੀਗੇ ਠੀਕ ਆ। ਹੁਣ ਕੀ ਹੁੰਦਾ ਜਿਹੜਾ ਇਮੀਗ੍ਰੇਸ਼ਨ ਆਫੀਸਰ ਆ ਜਦੋਂ ਫਾਈਲ ਉਹਦੇ ਕੋਲੇ ਜਾਂਦੀ ਆ ਤਾਂ ਉਹ ਨੈਚੁਰਲੀ ਇਹ ਚੀਜ਼ਾਂ ਦੇਖਦਾ ਵਾ ਹੈ ਕਿ ਨਹੀਂ। ਉਦੋਂ ਤਾਂ ਪਾਰਟਿਕੂਲਰ ਬਹੁਤ ਬੁਰੀ ਤਰ੍ਹਾਂ ਦੇਖਦੇ ਸੀਗੇ ਠੀਕ ਆ। ਫੇਰ ਕੀ ਹੈਗਾ ਜੇ ਹੁਣ ਉੱਥੇ T4 ਹੀ 45,000 ਦੀ 55,000 ਦੀ ਬਣਾਈ ਬੈਠੇ ਹੋ ਤੁਸੀਂ ਤਾਂ ਨੈਚੁਰਲੀ ਉਹਨੇ ਕਹਿਣਾ ਵੀ ਇਹ ਤਾਂ ਕੰਮ ਕਰਨ ਆਇਆ ਤਾਂ ਸਟੱਡੀ ਤਾਂ ਕਰਨ ਆਇਆ ਹੀ ਨਹੀਂ ਕਿਉਂਕਿ 45-55,000 ਦੀ T4 ਤਾਂ ਜੇ ਫੁੱਲ ਟਾਈਮ ਕੰਮ ਕਰੋਗੇ ਤਾਂ ਹੀ ਬਣੂਗੀ ਨਾ ਜਾਂ 36,000 ਜਾਂ 38,000 ਦੀ ਤਾਂ ਫਿਰ ਉਹ ਕੀ ਹੋ ਜਾਂਦਾ ਉਹ ਤੁਹਾਡੇ ਤੇ ਉਹ ਕੁਐਸਚਨ ਮਾਰਕ ਲਾ ਸਕਦਾ ਉਹ ਜਿਹੜਾ ਇਮੀਗ੍ਰੇਸ਼ਨ ਆਫੀਸਰ ਆ ਵੀ ਮਤਲਬ ਕਿ ਤੂੰ ਤਾਂ ਸਪੋਜ਼ ਟੂ ਅਲਾਉ 20 ਆਵਰ ਸੀਗਾ ਇਹਦਾ ਮਤਲਬ ਤੂੰ ਐਕਸਟਰਾ ਕੰਮ ਕੀਤਾ ਮਤਲਬ ਕਿ ਪਰ ਹੈ ਉਹ ਫੀਲਡ ਇੱਕ ਵੱਖਰਾ ਵਾ ਇਮੀਗ੍ਰੇਸ਼ਨ ਦਾ ਉਹਦੇ ਚ ਅਸੀਂ ਮਤਲਬ ਕਮੈਂਟ ਨਹੀਂ ਕਰ ਸਕਦੇ ਵੀ ਉਹ ਕਿਵੇਂ ਕੰਸੀਡਰ ਕਰਦੇ ਆ ਪਰ ਜੇ ਉਹ ਕੈਸ਼ ਕੰਮ ਕਰਦੇ ਆ ਜਾਂ ਕੁਝ ਕਰਦੇ ਆ ਇਹ ਟੋਟਲੀ ਉਹਨਾਂ ਦਾ ਪਰਸਨਲ ਉਹ ਮੈਟਰ ਆ ਅਸੀਂ ਉਹ ਡਿਸਕਲੋਜ਼ ਕਰਨਾ ਜਿਹਦੇ ਪੇਪਰ ਸਾਡੇ ਸਾਹਮਣੇ ਪਏ ਨੇ ਜਿਵੇਂ ਮਤਲਬ ਕਿਤੇ ਪਾਰਟਿਕੂਲਰ EMPLOYER ਨਾਲ ਕੰਮ ਕੀਤਾ ਮਲਟੀਪਲ EMPLOYER ਵੀ ਹੋ ਸਕਦੇ ਨੇ ਜਿਨ੍ਹਾਂ ਦੇ ਪੇਪਰਸ ਲੈ ਕੇ ਸਾਡੇ ਕੋਲ ਆਉਂਦੇ ਆ ਅਸੀਂ ਉਹ ਚੀਜ਼ ਨੂੰ ਅਸੀਂ ਰਿਪੋਰਟ ਕਰਨਾ ਵਾ ਮਤਲਬ ਜਿਹੜਾ ਉਹਨਾਂ ਦਾ ਕੋਈ ਪਰਸਨਲ ਕੀਤਾ ਜਾਂ ਕੋਈ ਥੋੜਾ ਬਹੁਤ ਕੈਸ਼ ਕਰ ਲਿਆ ਅਗਰ ਉਹ ਗੱਲ ਨਹੀਂ ਕਰਦੇਗੇ ਜਾਂ ਕੁਝ ਫਿਰ ਉਹ ਸਾਡੀ ਰਿਸਪੌਂਸਿਬਿਲਟੀ ਨਹੀਂ ਬਣਦੀ ਤੇ ਅਸੀਂ ਉਹ ਡਿਗ ਡੀਪ ਵੀ ਨਹੀਂ ਕਰ ਸਕਦੇਗੇ ਕਿਉਂਕਿ ਟੋਟਲੀ ਡਿਸਕ੍ਰੀਏਸ਼ਨ ਦੇ ਉੱਤੇ ਆ ਉਹਨਾਂ ਦੀ ਪਰਸਨਲ ਡਿਸਕ੍ਰੀਏਸ਼ਨ ਤੇ ਆ ਵੀ ਉਹ ਕੀ ਕਰਨਾ ਚਾਹੁੰਦੇ। ਬਿਲਕੁਲ ਭਾਈ ਜਿਵੇਂ ਹੁਣ ਆਪਣੇ ਕਈ ਵਾਰ ਹੁੰਦਾ ਸਟੂਡੈਂਟ ਨਾ ਏਜੰਸੀਆਂ ਬਹੁਤ ਚੇਂਜ ਕਰਦੇ ਨੇ ਜੀ ਮੰਨ ਲਓ ਇੱਕ ਦਿਨ ਕਿਸੇ ਏਜੰਸੀ 'ਚ ਕਰ ਨਹੀਂ ਕੰਮ ਸੈੱਟ ਬੈਠੇ ਆ ਤਾਂ ਕਿਸੇ ਹੋਰ 'ਚ ਤੇ ਹੋ ਸਕਦਾ ਕਈ ਵਾਰ ਏਜੰਸੀਆਂ ਵੀ ਆਪਣੇ ਵੱਲੋਂ ਜਿਵੇਂ ਤੁਸੀਂ ਦੱਸਦੇ ਹੋ ਐਡਰੈਸ ਚੇਂਜ ਹੋ ਜਾਂਦਾ ਉਹਨਾਂ ਨੇ ਭੇਜਿਆ ਤੇ T4 ਨਹੀਂ ਮਿਲੇ ਜੀ ਤੇ ਫਿਰ ਬਾਅਦ ਜਿਵੇਂ ਜਿਹੜਾ ਇੱਕ ਦਿਨ ਦਾ ਕੰਮ ਕੀਤਾ ਉਹ ਵੀ ਮੈਟਰ ਕਰਦਾ ਈਵਨ ਤੁਸੀਂ 1 ਘੰਟਾ ਕੰਮ ਕੀਤਾ ਉਹ ਮੈਟਰ ਕਰਦਾ। ਇਹ ਕੈਨੇਡਾ ਦੇ ਵਿੱਚ ਰੂਲਸ ਆ ਕੈਨੇਡਾ 'ਚ ਰੂਲਸ ਇਹ ਹੈਗੇ ਨੇ ਵੀ ਜਦੋਂ ਤੁਸੀਂ ਕਿਸੇ ਵੀ EMPLOYER ਦੇ ਨਾਲ ਕੰਮ ਕਰ ਲਿਓ ਈਵਨ ਫॉर ਐਨ ਆਵਰ ਫॉर 4 ਆਵਰ ਮਿਨੀਮਮ ਜੇ ਤੁਸੀਂ ਚਲੇ ਗਏ ਤਾਂ ਉਹਨਾਂ ਨੇ ਤੁਹਾਨੂੰ 4 ਆਵਰਸ ਪੇ ਕਰਨੇ ਆ ਰਾਈਟ ਤੇ ਜਦੋਂ ਤੁਸੀਂ ਚਲੇ ਗਏ ਉਹਨਾਂ ਨੇ ਤੁਹਾਨੂੰ 4 ਆਵਰਸ ਦੀ T4 ਇਸ਼ੂ ਕਰਨੀ ਆ ਡਜ਼ਨਟ ਮੈਟਰ ਤੁਸੀਂ ਇੱਕ ਦਿਨ ਲਈ ਗਏ ਹੋ ਜਾਂ ਕੁਝ ਵੀ ਗਏ ਹੋ। ਕਈ ਵਾਰ ਇਹ ਕੁਐਸਚਨ ਬਹੁਤ ਸੋਹਣਾ ਤੁਸੀਂ ਪੁੱਛਿਆ ਸਟੂਡੈਂਟਸ ਆਉਂਦੇ ਆ ਉਹਨਾਂ ਨੂੰ ਪੁੱਛੀਦਾ ਵੀ ਤੁਹਾਡੀਆਂ ਕਿੰਨੀਆਂ ਕੀ T4s ਆ ਜਾਂ ਕਿੰਨੀਆਂ T4s ਆ ਹਨਾ ਉਹ ਕਹਿੰਦੇ ਜੀ ਸਾਡੇ ਕੋਲ ਤਾਂ 3 ਹੀ ਆ ਵੈਸੇ ਅਸੀਂ ਇੱਕ ਦਿਨ ਤਾਂ ਕਈ ਜਗ੍ਹਾ ਕੰਮ ਕੀਤਾ। ਨੋ
ਸਾਰੀਆਂ T4s ਨੂੰ ਕਲੈਕਟ ਕਰੋ ਪ੍ਰੋਪਰ ਜੀ ਉਹਨਾਂ T4 ਸਾਰੀਆਂ ਦੇ ਉੱਤੇ ਬੇਸਡ ਹੀ ਤੁਹਾਡੀ ਇਨਕਮ ਬਣੂਗੀ ਜੀ। ਮਤਲਬ ਕਿ ਐਜ਼ ਅ ਫੈਮਿਲੀ ਇਨਕਮ ਜਾਂ ਤੁਹਾਡੀ ਇਨਕਮ ਬਣੂਗੀ ਐਕਚੁਅਲ ਇਨਕਮ ਕੀ ਆ ਠੀਕ ਹੈ ਭਾਜੀ। ਤਾਂ ਜਦੋਂ ਐਕਚੁਅਲ ਇਨਕਮ ਬਣੂਗੀ ਤਾਂ ਬੈਨੀਫਿਟ ਵੀ ਐਕਚੁਅਲ ਇਨਕਮ ਦੇ ਉੱਤੇ ਬੇਸਡ ਹੀ ਕੈਲਕੂਲੇਟ ਹੋਣਗੇ ਜੀ ਭਾਜੀ। ਇਹ ਹੁੰਦਾ ਕਈ ਵਾਰ ਕੀ ਹੁੰਦਾ ਮੁੰਡਿਆਂ ਕੋਲੇ ਜਾਂ ਬੱਚੀਆਂ ਕੋਲ 4 ਤੋਂ 6 T4 ਹੋ ਗਈਆਂ ਇੱਕ ਦੋ ਭੁੱਲ ਗਏ ਜੀ। ਤਾਂ ਜਿਵੇਂ $30,000 ਦੀਆਂ T4s ਹੈਗੀਆਂ ਨੇ 5,000 ਦੀ ਕਿਤੋਂ T4 ਲੈਣੀ ਭੁੱਲ ਜੀ। ਗਏ ਤਾਂ ਆਪਾਂ ਕੀ ਕੀਤਾ ਆਪਾਂ ਉਹਨਾਂ ਨੂੰ ਪੁੱਛਿਆ ਬਕਾਇਦਾ ਵੀ ਹੈਗਾ ਤਾਂ ਉਹ ਕਹਿੰਦੇ ਨਹੀਂ ਜੀ ਹੋਰ ਨਹੀਂ ਹੈਗਾਗਾ ਜੀ। ਹੈ ਕਿ ਨਹੀਂ ਵੈਸੇ ਤਾਂ ਅਸੀਂ ਮੋਸਟਲੀ ਕਰਦੇ ਕੀ ਆ ਜਦੋਂ ਆਉਂਦੇ ਆ ਅਸੀਂ ਉਹਨਾਂ ਦਾ ਐਕਸੈਸ ਲੈਂਦੇ ਆ ਉਹਨਾਂ ਦੇ ਬੈਠਿਆਂ ਦੇ ਉੱਤੇ ਜੀ। ਅਸੀਂ ਵਿਦਆਊਟ ਕੰਸੈਂਟ ਵਿਦਆਊਟ ਪਰਮਿਸ਼ਨ ਤੋਂ ਡਾਇਰੈਕਟ ਕਿਸੇ ਦੀ ਫਾਈਲ CRA 'ਚ ਨਹੀਂ ਦੇਖ ਸਕਦੇ ਇਹ ਲਾਅ ਆ ਜੀ। ਤੇ ਜਦੋਂ ਆਉਂਦੇ ਅਸੀਂ ਸਾਈਨ ਕਰਕੇ ਦੇਖਦੇ ਆ ਵੀ ਵਾਕਿਆ ਹੀ ਇਹਦੀਆਂ 4 T4 ਨੇ ਜਾਂ 6 ਆ ਪਰ ਕਈ ਵਾਰ ਕੀ ਹੁੰਦਾ ਅਸੀਂ 4 ਜਾਂ 6 ਦੇਖ ਲੈਂਦੇ ਆ ਜਿਹੜੀਆਂ ਉੱਥੇ ਆ ਜੀ। ਕਈ EMPLOYERS ਉਹ ਲੇਟਰ ਸਟੇਜ ਤੇ ਜਾ ਕੇ T4 ਸਬਮਿਟ ਕਰਦੇ ਆ ਜੀ। ਮਤਲਬ ਸਮਝੇ ਕੰਮ ਹਾਂਜੀ, ਆਪਾਂ ਕੀਤਾ ਹੁੰਦਾ ਜੀ। ਕਈ ਵਾਰ ਉਹਨਾਂ ਦੇ ਕੋਈ ਕਲੈਰੀਕਲ ਸਿਸਟਮ ਹੁੰਦਾ ਜਾਂ ਉਹਨਾਂ ਦਾ ਮਤਲਬ ਅਕਾਊਂਟਿੰਗ ਸਿਸਟਮ ਲੇਟ ਆ ਜੀ, ਤਾਂ ਜੀ, ਉਹ ਜੀ। ਲੇਟ ਸਬਮਿਟ ਕਰਦੇ ਆ ਜੀ। ਜਦੋਂ ਉਹ ਲੇਟ ਸਬਮਿਟ ਕਰਦੇ ਆ ਤਾਂ ਉਹ T4 ਤਦੋਂ ਤੱਕ ਆਪਾਂ ਆਪਦਾ ਇਨਕਮ ਟੈਕਸ ਦੀ ਰਿਟਰਨ ਫਾਈਲ ਕਰ ਚੁੱਕੇ ਹੁੰਦੇ ਆ ਜੀ। ਤਾਂ ਕੈਨੇਡਾ ਦੇ ਵਿੱਚ ਇੱਕ ਗੱਲ ਹੋਰ ਮੇਕ ਸ਼ੋਰ ਕਰ ਲਿਓ ਵੀ ਇਹ ਕੰਟਰੀ 'ਚ ਕੱਲੀ ਪਰਸਨਲ ਰਿਟਰਨ ਵੈਰੀਫਾਈ ਹੁੰਦੀ ਆ ਠੀਕ ਹੈ ਭਾਜੀ। ਮਤਲਬ ਕਿ ਸਿਸਟਮ ਹੀ ਐਡਾ ਸ਼ਾਨਦਾਰ ਆ ਇਹਨਾਂ ਦਾ ਜੀ, ਜੀ। ਵੀ ਉਹਦੇ 'ਚ ਕੱਲੀ ਪਰਸਨਲ ਰਿਟਰਨ ਨੂੰ ਵੈਰੀਫਾਈ ਕਰਦੇ ਆ ਇਹ ਠੀਕ ਹੈ ਭਾਜੀ। ਉਦੋਂ ਤੱਕ ਉੱਤੇ ਚੈੱਕ ਨਹੀਂ ਲਾਉਂਦੇ ਜਦ ਤੱਕ ਰਿਟਰਨ ਫਾਈਲ ਨਹੀਂ ਕਰਦੇ ਕਰਦੇ। ਕਈ ਵਾਰ ਤੁਸੀਂ ਇਹ ਵੀ ਨੋਟ ਕੀਤਾ ਹੋਊਗਾ ਹੁਣ 2022 ਚੱਲ ਰਿਹਾ ਤੇ ਤੁਹਾਨੂੰ ਲੈਟਰਾਂ 2019 ਜਾਂ 2020 ਦੀਆਂ ਆ ਰਹੀਆਂ ਜੀ ਜੀ। ਉਹ ਕੀ ਆ ਉਹ ਬੈਕਲੌਗ ਆ ਉਹ ਹੁਣ ਵੈਰੀਫਾਈ ਹੋ ਰਹੀਆਂ ਨੇ ਹੁਣ ਵੈਰੀਫਾਈ ਕਰਕੇ ਉਹ ਸਾਰੀਆਂ ਮਿਸਟੇਕਸ ਕਲੀਅਰ ਕਰਕੇ ਭੇਜ ਰਹੇ ਆ ਜੀ। ਫੇਰ ਕੀ ਹੁੰਦਾ ਵਾ ਜਿਵੇਂ ਆਪਾਂ ਪਹਿਲਾਂ ਸ਼ੁਰੂ 'ਚ ਗੱਲ ਕੀਤੀ ਸੀ ਵੀ 30,000 ਦੀਆਂ T4s ਹੈਗੀਆਂ ਜੀ। 5,000 ਦੀ T4 ਸਾਡੇ ਕੋਲ ਹੈ ਜੀ। ਨਹੀਂ ਉਹ ਲੇਟਰ ਸਟੇਜ ਤੇ EMPLOYER ਨੇ ਅਪਲੋਡ ਕਰਤੀ ਜੀ। ਤਾਂ ਤੁਹਾਡੀ ਇਨਕਮ ਰਿਵਾਈਜ਼ ਹੋ ਗਈ ਠੀਕ ਹੈ, 30 ਤੋਂ 35 ਹੋ 35 ਗਈ ਹੋ ਗਈ ਜੀ। 30 ਦੇ ਉੱਤੇ ਅਸੀਂ ਤੁਹਾਨੂੰ ਦੱਸਿਆ ਸੀ ਵੀ ਤੁਹਾਡਾ ਜਿਹੜਾ ਰਿਫੰਡ ਆ ਉਹ ਮਤਲਬ ਕਿ ਮੰਨ ਲਓ 3,000 ਆ ਜੀ। ਪਰ ਜਦੋਂ 5,000 ਵਾਲੀ ਵਿੱਚ ਆ ਕੇ ਐਡ ਹੋਈ ਤਾਂ ਉਹ 3 ਤੋਂ ਘਟ ਕੇ ਮਤਲਬ ਕਿ ਸਮਝ ਲਓ 2,300 ਜਾਂ 2,400 ਰਹਿ ਗਿਆ ਜੀ। ਉਹ ਜਿਹੜੀ ਉਹ ਗਲਤੀ ਆ ਉਹ ਕਾਊਂਟੈਂਟ ਦੀ ਗਲਤੀ ਨਹੀਂ ਹੁੰਦੀਗੀ ਅਸਲ ਦੇ ਵਿੱਚ ਕੀ ਹੁੰਦਾ ਉੱਥੇ ਇਨਫੋਰਮੇਸ਼ਨ ਹੀ ਲੇਟਰ ਸਟੇਜ ਤੇ ਅਪਡੇਟ ਹੋਈ ਹੁੰਦੀ ਆ ਉਹਦੇ ਅਕੋਰਡਿੰਗ ਨੂੰ ਫਿਰ CRA ਨੇ ਉਹਨੂੰ ਕ੍ਰਾਸ ਕਰਕੇ ਅਪਡੇਟ ਕਰਕੇ ਨਵੇਂ ਕ੍ਰੈਡਿਟ ਨਵੇਂ ਬੈਨੀਫਿਟ ਕਰਕੇ ਭੇਜਦਾ ਜੀ ਭਾਜੀ। ਤਾਂ ਇਹ ਸਿਸਟਮ ਚੱਲਦਾ ਜੀ ਇੱਥੇ ਭਾਈ ਜਿਵੇਂ ਹੁਣ ਕਿਸੇ ਨੇ ਪ੍ਰੋਵਿੰਸ ਚੇਂਜ ਕਰ ਲਿਆ ਜੀ Yeah. ਤੇ ਨਾ ਉਹਦਾ ਕੋਈ ਪਿੱਛੇ ਕੰਟੈਕਟ ਰਿਹਾ ਵੀ ਮੈਂ ਜੀ ਤੋਂ T4 ਮੰਗਾਵਾਂ ਜੀ ਤੇ ਮੰਨ ਲਓ ਵੀ ਜਿਹੜੇ ਉਹਦੇ ਯਾਰ ਦੋਸਤ ਸੀ ਜਾਂ ਉਹ ਵੀ ਕਿਤੇ ਦੂਰ ਚਲੇ ਗਏ ਨੇ ਹੁਣ ਉਹਦਾ ਜਿਹੜਾ ਓਨਰ ਸੀਗਾ ਜਾਂ ਨਹੀਂ ਉਹਦੇ ਨਾਲ ਕੋਈ ਲਿੰਕ ਰਿਹਾ ਵੀ ਮੈਨੂੰ T4 ਜੀ ਮੇਰੇ ਦੱਸ ਦਿਓ ਜੇ ਕੋਈ ਆਈ ਓਕੇ ਤੇ ਭਾਈ ਇਦਾਂ ਦਾ ਵੀ ਕੁਝ ਹੁੰਦਾ ਵੀ ਆਨਲਾਈਨ ਵੀ ਤੁਸੀਂ ਜਾ ਕੇ T4 ਕੱਢ ਸਕਦੇ ਹਾਂ ਹੋ। ਪਹਿਲੀ ਗੱਲ ਤਾਂ ਇਹ ਵੀ ਜਿਹੜਾ ਕੈਨੇਡਾ ਦੇ ਵਿੱਚ ਇੱਕ ਸਿਸਟਮ ਆ ਵੀ ਜਦੋਂ ਕੋਈ ਵੀ EMPLOYE ਆਪਦੇ EMPLOYER ਨੂੰ ਰਿਕੁਐਸਟ ਕਰਦਾ ਤੇ ਉਹ ਡਿਨਾਈ ਨਹੀਂ ਕਰ ਸਕਦਾ ਬਾਈ ਲਾ T4 ਦੇਣ ਤੋਂ ਜੀ। ਜੇ ਤੁਸੀਂ ਨਹੀਂ ਜਾ ਸਕਦੇ ਤੁਸੀਂ ਉਹਨਾਂ ਦੇ ਜਿਹੜੇ ਕਾਊਂਟਿੰਗ ਆਫਿਸ ਆ ਉਹਦੇ ਤੇ ਕਾਲ ਕਰ ਸਕਦੇ ਹੋ ਜੀ। ਜੇ ਤੁਹਾਨੂੰ ਲੱਗਦਾ ਕਿ ਕਾਲ ਦਾ ਕੋਈ ਰਿਸਪੌਂਡ ਨਹੀਂ ਆ ਰਿਹਾ ਤਾਂ ਤੁਸੀਂ ਉਹਨਾਂ ਨੂੰ ਉਹਨਾਂ ਦੀ ਈਮੇਲ ਦੇ ਉੱਤੇ ਇੱਕ ਈਮੇਲ ਲਿਖ ਸਕਦੇ ਹੋ ਵੀ ਆਈ ਵਾਸ ਵਰਕਿੰਗ ਪਾਰਟਿਕੂਲਰ ਮੇਰਾ ਨਾਮ ਆ ਵਾ ਆਈ ਵਾਸ ਵਰਕਿੰਗ ਫॉर ਪਾਰਟਿਕੂਲਰ ਪੀਰੀਅਡ ਤੇ ਮੇਰੀ T4 ਆ ਜਿਹੜੀ 20 ਮੈਂ ਟੈਕਸ ਫਾਈਲ ਕਰਨਾ ਤੇ ਮੈਨੂੰ T4 ਚਾਹੀਦੀ ਆ 99.9% ਸਤਨਾਮ ਜੀ ਉਹ T4 ਪ੍ਰੋਵਾਈਡ ਕਰ ਦਿੰਦੇ ਆ। ਠੀਕ ਹੈ ਭਾਜੀ। ਪਹਿਲੀ ਆਪਸ਼ਨ ਤਾਂ ਆਪਣੀ ਇੱਥੇ ਮੁੱਕ ਗਈ ਜੀ। ਦੂਸਰੀ ਜਿਹੜੀ ਆਪਸ਼ਨ ਆਪਣੇ ਕੋਲੇ ਇਹ ਹੈਗੀ ਆ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਆ ਗਏ ਪਹਿਲੇ ਦਿਨ ਪਹਿਲੀ ਟੈਕਸ ਰਿਟਰਨ ਫਾਈਲ ਕਰਤੀ ਜੀ। ਤੁਸੀਂ ਆਪਦੇ ਅਕਾਊਂਟੈਂਟ ਤੋਂ T1 ਸਮਰੀ ਲਵੋ ਠੀਕ ਹੈ। T1 ਅਸੀਂ ਪ੍ਰੋਵਾਈਡ ਕਰਦੇ ਆ ਸਾਰਿਆਂ ਨੂੰ ਅਸੀਂ ਉਹਨਾਂ ਨੂੰ ਦੱਸਦੇ ਵੀ ਆ ਵੀ ਆ T1 ਸਮਰੀ ਕਹਿੰਦੇ ਆ ਇਹਨੂੰ ਠੀਕ ਹੈ ਵੀ ਆਹ ਲਾਈਨ ਨੰਬਰ ਆ ਇਹਦੇ ਤੇ ਆਹ ਅਮਾਉਂਟਸ ਲਿਖੀਆਂ ਨੇ ਜੀ। ਫੇਰ ਕੀ ਕਰੋ ਤੁਸੀਂ ਗੂਗਲ ਦੇ ਵਿੱਚ ਮਾਈ ਅਕਾਊਂਟ ਵਿਦ CRA ਸੈਟਅਪ ਕਰ ਲਓ ਠੀਕ ਹੈ। ਸਿਰਫ 5 ਤੋਂ 10 ਮਿੰਟ ਲੱਗਦੇ ਆ। ਠੀਕ ਹੈ ਜੀ। ਜਦੋਂ ਤੁਸੀਂ ਇੱਕ ਵਾਰ ਅਕਾਊਂਟ ਸੈਟਅਪ ਕਰ ਲਿਆ ਜੀ। ਤਾਂ CRA ਕੀ ਕਰਦੀ ਹੈਗੀ ਆ ਤੁਹਾਨੂੰ ਇੱਕ ਸਿਕਿਉਰਿਟੀ ਕੋਡ ਭੇਜਦੀ ਆ ਘਰ ਜੀ। ਵਿਦਨ 2 ਵੀਕਸ ਦੇ ਵਿੱਚ ਜੀ। ਜੇ ਤੁਸੀਂ ਆਨਲਾਈਨ ਹੈਗੇ ਹੋ ਈਮੇਲ ਦੇ ਦਿੰਦੇ ਹੋ ਈਮੇਲ 'ਚ ਵੀ ਦਿੰਦੇ ਆ, ਪਰ ਬਾਈ ਮੇਲ ਜ਼ਿਆਦਾ ਉਹ ਪ੍ਰੈਫਰ ਕਰਦੇ ਆ ਐਨੀ ਹੋ ਤਾਂ ਮੇਲ ਦੇ ਵਿੱਚ ਆਪਾਂ ਨੂੰ ਸਿਕਿਉਰਿਟੀ ਕੋਡ ਆਉਂਦਾ ਜੀ। ਤੇ ਜਦੋਂ ਤੁਸੀਂ ਸਿਕਿਉਰਿਟੀ ਕੋਡ ਸੈਕੰਡ ਸਟੇਜ 'ਚ ਆਉਂਦਾ ਪਰ ਜਦੋਂ ਤੁਸੀਂ ਲੌਗਇਨ ਕਰਦੇ ਹੋ ਤੁਹਾਨੂੰ ਲਿਮਟਿਡ ਐਕਸੈਸ ਰਾਈਟ ਵੇ ਦੇ ਦਿੰਦੇ ਆ। ਜੀ। ਲਿਮਟਿਡ ਐਕਸੈਸ ਦਾ ਮਤਲਬ ਹੁੰਦਾ ਕਿ ਤੁਸੀਂ ਮੋਟਾ ਜਿਹਾ ਤਾਂ ਆਪਦਾ ਅਕਾਊਂਟ CRA 'ਚ ਦੇਖ ਸਕਦੇ ਹੋ ਪਰ ਜੇ ਤੁਹਾਨੂੰ ਕੋਈ ਪਾਰਟਿਕੂਲਰ ਡਾਕੂਮੈਂਟ ਚਾਹੀਦਾ ਡੀਟੇਲਡ ਅਕਾਊਂਟ ਚਾਹੀਦਾ ਫਿਰ ਉਹਦੇ ਲਈ ਉਹ ਸਿਕਿਉਰਿਟੀ ਕੋਡ ਦੀ ਆਪਾਂ ਨੂੰ ਵੇਟ ਕਰਨੀ ਪੈਂਦੀ ਆ। ਠੀਕ ਹੈ ਜੀ। ਜਦੋਂ ਇਹ ਸਿਕਿਉਰਿਟੀ ਕੋਡ ਆ ਗਿਆ
ਤੁਸੀਂ ਉਹ ਸਿਕਿਉਰਿਟੀ ਕੋਡ ਐਂਟਰ ਕਰਕੇ ਤੁਸੀਂ ਇੱਕ ਵਾਰ ਲੌਗਇਨ ਕਰ ਲਓ, ਤੁਹਾਨੂੰ ਫੁੱਲ ਐਕਸੈਸ ਮਿਲ ਜਾਂਦਾ। ਠੀਕ ਹੈ ਜੀ। ਉੱਥੇ ਹੀ ਤੁਹਾਡੇ ਨੋਟਿਸ ਆਫ ਅਸੈਸਮੈਂਟ ਪਏ ਆ, ਜਿੱਦਣ ਜਿਸ ਸਾਲ ਤੋਂ ਆਏ ਹੋ ਜੀ, ਉਹਦੇ ਵਿੱਚ ਹੀ ਤੁਹਾਡਾ ਮੈਰੀਟਲ ਸਟੇਟਸ ਪਿਆ, ਜੀ, ਉਹਦੇ ਵਿੱਚ ਹੀ ਤੁਹਾਡੀ ਟਿਊਸ਼ਨ ਦੇ ਪਏ ਆ, ਉਹਦੇ 'ਚ ਹੀ ਤੁਹਾਡੀਆਂ T4 ਪਈਆਂ, ਉਹਦੇ 'ਚ ਹੀ ਤੁਹਾਡੇ ਐਡਰੈਸਸ ਪਏ ਆ। ਜੀ। ਤੁਸੀਂ ਕੱਲ ਨੂੰ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਮੂਵ ਹੋ ਜਾਓ, ਤੁਸੀਂ ਐਡਰੈਸ ਚੇਂਜ ਕਰਨਾ, ਤੁਹਾਨੂੰ ਅਕਾਊਂਟੈਂਟ ਨੂੰ ਕਾਲ ਕਰਨ ਦੀ ਲੋੜ ਨਹੀਂ, ਤੁਹਾਨੂੰ CRA ਨੂੰ ਕਰਨੀ, ਉੱਥੇ ਜਾਓ, ਆਪਦਾ ਲੌਗਇਨ ਕਰੋ ਅਕਾਊਂਟ 'ਚ, ਉੱਥੇ ਆਪਦਾ ਐਡਰੈਸ ਅਪਡੇਟ ਕਰ ਲਓ। CRA ਲੌਗਇਨ ਜੀ ਜੀ ਭਾਜੀ। ਤੇ ਨੰਬਰ 2 ਦੇ ਉੱਤੇ ਦੂਜੀ ਜਿਹੜੀ ਬਹੁਤ ਜ਼ਿਆਦਾ ਆ ਵੀ ਜੇ ਕੱਲ ਨੂੰ ਜਿਵੇਂ ਡਾਇਰੈਕਟ ਡਿਪੋਜ਼ਿਟ ਫਾਰਮ ਆ, ਇੱਕ ਇੱਥੇ ਹੀ ਮੈਂ ਨਾਲ ਐਡ ਕਰਨ ਲੱਗਿਆ, ਜਿਵੇਂ ਮੁੰਡੇ ਚਲੇ ਜਾਂਦੇ ਆ T4 ਦੇ ਨਾਲ ਹੀ ਇੱਕ ਹੋਰ ਰਿਲੇਟਡ ਆ ਵੀ ਡਾਇਰੈਕਟ ਡਿਪੋਜ਼ਿਟ ਫਾਰਮ। ਜੀ। ਡਾਇਰੈਕਟ ਡਿਪੋਜ਼ਿਟ ਫਾਰਮ ਅਸੀਂ ਹਮੇਸ਼ਾ ਕਹਿੰਦੇ ਆ ਸਟੂਡੈਂਟ ਨੂੰ ਤੁਸੀਂ ਡਾਇਰੈਕਟ ਡਿਪੋਜ਼ਿਟ ਫਾਰਮ ਦਿਓ ਸਾਨੂੰ। ਜੀ। ਉਹਦਾ ਕਾਰਨ ਕਿਉਂ ਆ? ਕਿਉਂਕਿ ਜਿਵੇਂ ਆਪਾਂ ਗੱਲ ਕੀਤੀ ਆ, ਬੱਚੇ ਮੂਵ ਹੁੰਦੇ ਰਹਿੰਦੇ ਆ। ਬਿਲਕੁਲ ਭਾਜੀ। ਹਨਾ, ਥਰੂ ਆਊਟ ਜਦ ਤੱਕ ਉਹ PR ਨਹੀਂ ਲੈਂਦੇਗੇ, ਉਹ ਥਰੂ ਆਊਟ ਕੈਨੇਡਾ 'ਚ ਮੂਵ ਹੁੰਦੇ ਆ। ਹੁਣ ਜੇ ਆਪਾਂ ਡਾਇਰੈਕਟ ਡਿਪੋਜ਼ਿਟ ਫਾਰਮ ਦਿੱਤਾ, ਸਾਡੇ ਉੱਥੇ ontario ਟ੍ਰਿਲੀਅਮ ਬੈਨੀਫਿਟ ਦੇ ਕ੍ਰੈਡਿਟ ਪਏ ਨੇ, ਸਾਡੇ ਉੱਥੇ ਜਿਹੜੇ ਹੈਗੇ ਨੇ GST HST ਦੇ ਕ੍ਰੈਡਿਟ ਪਏ ਨੇ, ਜਾਂ ਸਾਡਾ ਰਿਫੰਡ ਆ, ਸਾਵੇਂ ਸਾਨੂੰ ਚੈੱਕ ਚ ਆਉਣਾ ਵਾ ਤੇ ਚੈੱਕ ਸਾਡੇ ਡਿਫਰੈਂਟ ਐਡਰੈਸ ਸਾਨੂੰ ਖੁਦ ਨੂੰ ਨਹੀਂ ਪਤਾ, ਉੱਥੇ ਰੁਲ ਜਾਂਦਾ। ਜਦੋਂ ਤੁਸੀਂ ਡਾਇਰੈਕਟ ਡਿਪੋਜ਼ਿਟ ਫਾਰਮ ਦੇਤਾ ਤਾਂ ਤੁਹਾਡਾ ਜਿਹੜਾ ਪਾਰਟਿਕੂਲਰ ਪੈਸਾ ਵਾ ਉਹ ਸਿੱਧਾ ਤੁਸੀਂ ਕਿਤੇ ਵੀ ਕੈਨੇਡਾ 'ਚ ਤੁਰੇ ਫਿਰੋ, ਸਿੱਧਾ ਤੁਹਾਡੇ ਅਕਾਊਂਟ 'ਚ ਜਾਈ ਜਾਂਦਾ ਤੇ ਤੁਹਾਨੂੰ ਬੇਫਿਕਰੀ ਆ। ਸੋ ਇਹ ਜਿਹੜੀਆਂ ਬੇਸਿਕ ਥਿੰਗਸ ਨੇ, ਬੇਸਿਕ ਗੱਲਾਂ ਨੇ ਜਿਹੜੀਆਂ ਆਪਾਂ ਨੂੰ ਹੈਵ ਟੂ ਵੀ ਮਤਲਬ ਕਿ ਜਦੋਂ ਟੈਕਸ ਫਾਈਲ ਕਰਦੇ ਆ ਇਹ ਧਿਆਨ ਦੇ ਵਿੱਚ ਰੱਖਣੀਆਂ ਜ਼ਰੂਰੀ ਆ। ਜੀ ਭਾਜੀ। ਜੀ। ਤੇ ਭਾਈ ਜਿਵੇਂ ਹੁਣ ਆਪਣੇ ਜੇ ਕਿਸੇ ਨੇ ਹੁਣ ਆਪ ਫਿਲ ਕਰਨਾ ਹੋਵੇ ਜੀ, ਹਾਂ, ਤੇ ਉਹਦੇ ਲਈ ਤੁਸੀਂ ਕੀ ਗਾਈਡ ਕਰੋਗੇ ਵੀ ਆਹ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜਦੋਂ ਆਪ ਫਿਲ ਕਰਦੇ ਹੋ ਜੀ? ਹਮੇਸ਼ਾ ਜਦੋਂ ਵੀ ਤੁਸੀਂ ਟੈਕਸ ਫਾਈਲ ਕਰਨ ਜਾਣਾ ਕਿਸੇ ਪ੍ਰੋਫੈਸ਼ਨਲ ਕੋਲ ਜਾਂ ਤੁਸੀਂ ਆਪ ਕਰਨਾ, ਆਪ ਦਾ ਪਾਰਟਿਕੂਲਰ ਤੁਹਾਨੂੰ ਡੇਟ ਆਫ ਐਂਟਰੀ, ਇਹ ਨਵੇਂ ਬੱਚੇ ਤੇ ਨਵੇਂ ਬੱਚੀਆਂ ਲਈ ਆ ਜੀ। ਮੈਂ ਪਾਰਟਿਕੂਲਰ ਤੁਸੀਂ ਆਪਣੀ ਡੇਟ ਆਫ ਐਂਟਰੀ, ਡੇਟ ਆਫ ਐਂਟਰੀ ਹੁੰਦੀ ਆ ਜਦੋਂ ਤੁਸੀਂ ਇੱਥੇ ਲੈਂਡ ਕਰਦੇ ਹੋ, ਤੁਹਾਡੇ ਪਾਸਪੋਰਟ ਤੇ ਕੈਨੇਡਾ ਇਮੀਗ੍ਰੇਸ਼ਨ ਦਾ ਆਫੀਸਰ ਸਟੈਂਪ ਲਾਉਂਦਾ, ਉਹਦੀ ਡੇਟ ਆਫ ਐਂਟਰੀ ਆ। ਉਸ ਦਿਨ ਤੋਂ ਹੀ ਤੁਹਾਡੀ ਕੈਨੇਡਾ ਦੇ ਵਿੱਚ ਲੈਂਡਿੰਗ ਮੰਨੀ ਜਾਂਦੀ ਆ ਵੀ ਇਹ ਇਸ ਪਾਰਟਿਕੂਲਰ ਦਿਨ ਨੂੰ ਇਸ ਕੰਟਰੀ ਦੇ ਵਿੱਚ ਲੈਂਡ ਹੋਇਆ ਸੀ। ਫਿਰ ਆਪਦਾ ਮੈਰੀਟਲ ਸਟੇਟਸ, ਜਿਹਦੇ ਵਿੱਚ ਬਹੁਤ ਵੱਡਾ ਇਸ਼ੂ ਅਸੀਂ ਸਟੂਡੈਂਟਸ ਦੇਖਦੇ ਹਾਂ, ਕਈ ਬੱਚੇ ਜਾਂ ਬੱਚੀਆਂ ਆਪਦਾ ਮੈਰੀਟਲ ਸਟੇਟਸ ਲੁਕਾਉਣਾ ਚਾਹੁੰਦੇ ਆ। ਮਤਲਬ ਇਹ ਅਸੀਂ ਪਾਰਟਿਕੂਲਰ ਦੇਖਿਆ, ਇਹ ਨਾ ਕਰੋ। ਜਦ ਤੁਹਾਡਾ ਪਿੱਛੇ ਰਿਸ਼ਤਾ ਹੋਇਆ, ਪ੍ਰੋਪਰ ਹੋਇਆ, ਸਾਰਾ ਕੁਝ ਹੋਇਆ, ਫਿਰ ਤੁਸੀਂ ਮੈਰੀਟਲ ਸਟੇਟਸ ਕਿਉਂ ਲੁਕਾਉਂਦੇ ਹੋ? ਹੁਣ ਕੀ ਹੈਗਾ, ਸਾਡੇ ਕੋਲੇ ਆ ਕੇ ਕਈ ਵਾਰ ਬੱਚੀਆਂ ਕਹਿੰਦੀਆਂ ਵੀ ਮੈਂ ਸਿੰਗਲ ਆ, ਅਸੀਂ ਇਹ ਕੁਐਸਚਨ ਬਕਾਇਦਾ ਪੁੱਛਦੇ ਆ ਵੀ ਤੁਹਾਡਾ ਮੈਰੀਟਲ ਸਟੇਟਸ ਕੀ ਆ? ਉਹ ਕਹਿੰਦੇ ਸਿੰਗਲ ਆ ਜੀ। ਉਹ ਗਰੁੱਪ ਚ ਆਉਂਦੇ ਆ। ਅਗਰ ਉਹਨਾਂ ਨੂੰ ਮਤਲਬ ਕਿ ਐਮਬੈਰਸ ਫੀਲ ਹੁੰਦਾ ਤਾਂ ਉਹ ਗਰੁੱਪ 'ਚ ਨਾ ਆਉਣ। ਜੇ ਉਹਨਾਂ ਨੂੰ ਲੱਗਦਾ ਵਾ ਵੀ ਕੋਈ ਚੀਜ਼ ਪਰਸਨਲ ਹਾਈਡ ਕਰਨੀ ਚਾਹੁੰਦੇ ਹੋ, ਫਿਰ ਤੁਸੀਂ ਗਰੁੱਪ 'ਚ ਨਾ ਆਓ, ਫਿਰ 1 by 1 ਆਓ। ਠੀਕ ਹੈ ਕਿ ਨਹੀਂ? ਜੇ ਤੁਸੀਂ ਫਰੈਂਡਸ ਤੋਂ ਵੀ ਹਾਈਡ ਕਰਨਾ ਚਾਹੁੰਦੇ ਹੋ ਤਾਂ ਫਿਰ 1 by 1 ਆਓ। ਬਟ ਅਗਰ ਤੁਹਾਡਾ ਮੈਰੀਟਲ ਸਟੇਟਸ ਮੈਰਿਡ ਆ, ਯੂ ਹੈਵ ਟੂ ਡਿਸਕਲੋਜ਼ ਇਟ। ਮਤਲਬ ਡੋਂਟ ਹਾਈਡ ਆਲ ਥੀਸ ਥਿੰਗਸ, ਰਾਈਟ? ਇਹਨਾਂ ਦਾ ਹਾਈਡ ਕਰਨ ਦੇ ਨਾਲ ਆਪਾਂ ਨੂੰ ਨੁਕਸਾਨ ਆ। ਠੀਕ ਹੈ? ਫਿਰ ਕੀ ਹੁੰਦਾ, ਫਿਰ ਉਹ ਘਰੇ ਜਾ ਕੇ 2 ਦਿਨਾਂ ਬਾਅਦ ਕਾਲ ਆਉਂਦੀ ਆ, ਸਰ ਸੌਰੀ ਵੀ ਮੈਂ ਤਾਂ ਦੱਸਣਾ ਸੀ, ਮੈਂ ਤਾਂ ਮੈਰਿਜ ਆ ਮੇਰੀ, ਮੈਂ ਭੁੱਲ ਗਈ। ਇਹ ਭਾਈ ਤੁਹਾਡੇ ਕੋਲ ਇੱਥੇ ਆ ਰਹੀ ਹੈ ਪ੍ਰੋਬਲਮ? ਹਾਂਜੀ, ਮੈਂ ਤੁਹਾਨੂੰ ਦੱਸ ਰਿਹਾ, ਇਹ ਪਾਰਟਿਕੂਲਰ ਚ ਹੋਇਆ, ਮਤਲਬ ਹੁੰਦਾ ਹਰ ਸਾਲ ਹੁੰਦਾ। ਫਿਰ ਉਹ ਕਹਿੰਦੇ ਜੀ ਅਸੀਂ ਤਾਂ ਭੁੱਲ ਗਏ। ਫਿਰ ਸਾਡਾ ਕੁਐਸਚਨ ਇਹ ਹੁੰਦਾ ਵੀ ਐਡੀ ਜ਼ਿੰਦਗੀ ਦੀ ਵੱਡੀ ਘਟਨਾ ਵਾ, ਐਡੀ ਖੂਬਸੂਰਤ 2 ਬੰਦੇ ਮਿਲੇ ਨੇ ਤੇ ਭੁੱਲ ਕਿਵੇਂ ਗਏ? ਤਾਂ ਇਹਦਾ ਮਤਲਬ ਸਮਥਿੰਗ ਫਿਸ਼ੀ ਆ। ਤਾਂ ਸਾਨੂੰ ਮਿੰਟ 'ਚ ਪਤਾ ਲੱਗ ਜਾਂਦਾ ਕਿ ਵੀ ਕਿਤੇ ਕੁਝ ਗਲਤ ਆ, ਪਰ ਅਸੀਂ ਉਹਨਾਂ ਨਾਲ ਉਸ ਪਾਰਟ ਨਾਲ ਸਾਡਾ ਕੁਝ ਨਹੀਂ ਲੈਣਾ ਦੇਣਾ। ਪਰ ਜਿਹੜੇ ਬੈਨੀਫਿਟਸ ਕੈਲਕੂਲੇਟ ਹੋਣੇ ਆ ਸਤਨਾਮ ਜੀ, ਜਿਵੇਂ ਪਹਿਲਾਂ ਆਪਾਂ ਕਿਹਾ OTV GST, ਉਹ ਬੇਸਡ ਅਪਨ ਇਹ ਫੈਮਿਲੀ ਇਨਕਮ ਨੇ। ਜਦੋਂ ਤੁਸੀਂ ਮੈਰਿਡ ਹੋ ਤਾਂ ਉਹਨਾਂ ਨੂੰ ਇਹ ਹੁੰਦਾ ਵੀ ਫਿਰ ਉਹ ਬੰਦੇ ਦੀ ਇਨਕਮ ਵੀ ਦੱਸੋ ਭਾਵੇਂ ਜੇ ਇੰਡੀਆ ਜੀ। ਹਾਂਜੀ, ਫਿਰ ਆਪਾਂ ਮੋਸਟਲੀ ਕੀ ਆਪਾਂ ਸਟੂਡੈਂਟ ਇਹ ਚਾਹੁੰਦੇ ਆ, ਆਪਾਂ ਕਹਿ ਦਿੰਦੇ ਆ ਵੀ ਉੱਥੇ ਕੰਮ ਨਹੀਂ ਕਰਦਾ, ਮਤਲਬ ਕਿ ਹੀ ਇਜ਼ ਆਲਸੋ ਸਟੂਡੈਂਟ ਓਵਰ ਦੇਅਰ, ਮਤਲਬ ਕਿ ਉੱਥੇ ਪੜ੍ਹ ਰਿਹਾ, ਤਾਂ ਫਿਰ ਇਨਕਮ ਤਾਂ ਉਹਦੀ ਜ਼ੀਰੋ ਹੋ ਗਈ ਨਾ, ਪਰ ਬੈਨੀਫਿਟ ਤਾਂ ਫਿਰ ਹੋਏ ਨਾ, ਉਹਦੇ ਲਈ ਫੈਮਿਲੀ ਇਨਕਮ ਤਾਂ ਮੰਨੀ ਗਈ ਨਾ, ਉਹਦੀ ਜ਼ੀਰੋ ਹੋ ਗਈ, ਤੁਹਾਡੀ 15,000 ਹੋ ਗਈ, ਟੋਟਲ ਤਾਂ ਮਤਲਬ 15,000 ਹੋ ਗਿਆ ਫੈਮਿਲੀ ਦਾ। ਮਤਲਬ ਵੀ ਹੈਵ ਟੂ ਡਿਸਕਲੋਜ਼ ਇਟ। ਫਿਰ ਜਿਹੜਾ ਹੈਗਾ ਵਾ ਸਾਰੇ EMPLOYERS ਤੋਂ ਤੁਸੀਂ ਆਪਦੀਆਂ T4s ਜ਼ਰੂਰ ਲਵੋ। ਠੀਕ ਹੈ? ਜੇ ਤੁਹਾਨੂੰ ਨਹੀਂ ਮਿਲਦੀ T4s, ਜਿਵੇਂ ਮੈਂ ਮੈਂਸ਼ਨ ਕੀਤਾ ਵਾ ਬਈ ਤੁਸੀਂ ਈਮੇਲ ਛੱਡੋ, ਕਾਲ ਕਰੋ, ਪਰ ਲਵੋ ਹਨਾ, ਤਾਂ ਕਿ ਤੁਹਾਡੀ ਜਿਹੜੀ ਫੈਮਿਲੀ ਇਨਕਮ ਆ ਉਹ ਐਕੂਰੇਟਲੀ ਆਪਾਂ ਉਹਨੂੰ ਮਤਲਬ ਕਿ ਪੂਰੀ ਨੂੰ ਕੈਲਕੂਲੇਟ ਕਰ ਸਕੀਏ ਤੇ ਉਹਦੇ ਤੇ ਜਿਹੜੇ ਸਾਡੇ ਬਣਦੇ ਬੈਨੀਫਿਟ ਆ ਉਹ ਆਪਾਂ ਲੈ ਸਕੀਏ। ਇਹ ਬੇਸਿਕ ਗੱਲਾਂ ਹੋ ਗਈਆਂ, ਮੈਰੀਟਲ ਸਟੇਟਸ ਹੋ ਗਿਆ। ਫਿਰ ਜਦੋਂ ਆਪਣਾ ਆ ਗਿਆ ਐਡਰੈਸ, ਜਦੋਂ ਐਡਰੈਸ ਚੇਂਜ ਹੁੰਦਾ, ਰਾਈਟ ਵੇ ਤੁਸੀਂ ਆਪਦਾ ਐਡਰੈਸ ਆ ਜਿਹੜਾ CRA ਦੇ ਨਾਲ ਅਪਡੇਟ ਕਰੋ, ਤਾਂ ਕਿ ਤੁਸੀਂ ਜਿੱਥੇ ਵੀ ਗਏ ਹੋ ਤਾਂ ਤੁਹਾਨੂੰ ਚਿੱਠੀ ਪੱਤਰ ਕੋਈ ਵੀ ਆ ਉੱਥੇ ਮਿਲਦਾ ਰਵੇ। ਠੀਕ ਆ ਕਿ ਨਹੀਂ? ਤੇ ਉਸ ਤੋਂ ਬਾਅਦ ਡਾਇਰੈਕਟ ਡਿਪੋਜ਼ਿਟ ਫਾਰਮ ਹਰ ਹਾਲਤ 'ਚ ਨਾਲ ਅਟੈਚ ਕਰੋ, ਭਰੋ ਉੱਥੇ।
ਤਾਂ ਕਿ ਉਹ ਬਾਅਦ ਵਾਲੀ ਕਿਸੇ ਵੀ ਪਰੇਸ਼ਾਨੀ ਤੋਂ ਆਪਾਂ ਬਚੀਏ, ਹਨਾ। ਜੀ ਤੇ ਜੇ ਇਹ ਤਾਂ ਹੋ ਗਈਆਂ ਪਹਿਲਾਂ ਦੀਆਂ ਗੱਲਾਂ। ਜੀ ਉਦੋਂ ਬਾਅਦ ਦੇ ਵਿੱਚ ਜਦੋਂ ਇੱਕ ਪਾਰਟਿਕੂਲਰ ਸਾਲ ਚੱਲ ਰਿਹਾ ਜਿਵੇਂ 2021, ਜੀ ਉਹਦੇ ਚ ਕਈ ਮੁੰਡੇ ਜਾਂ ਕੁੜੀਆਂ ਸਿੰਗਲ ਨੇ, ਬਾਅਦ ਚੋਂ ਮੈਰਿਡ ਹੋ ਗਏ, ਤਾਂ ਰਾਈਟ ਵੇ ਆ ਕੇ ਆਪਦਾ ਮੈਰਿਟਲ ਸਟੇਟਸ ਆ ਜਿਹੜਾ ਉਹ CRA ਦੇ ਨਾਲ ਅਪਡੇਟ ਕਰੋ। ਜੀ। ਤਾਂ ਜਿਵੇਂ ਮੈਂ ਕਿਹਾ ਬੈਨੀਫਿਟਸ ਆਰ ਬੇਸਡ ਅਪਨ ਦੀ ਫੈਮਿਲੀ ਇਨਕਮ, ਤਾਂ ਉਹ ਫਿਰ ਉੱਥੇ ਸਾਰਾ ਉਸੇ ਤਰੀਕੇ ਰੀਕੈਲਕੂਲੇਟ ਹੁੰਦਾ। ਤੇ ਭਾਈ ਮੰਨ ਲਓ ਜਿਵੇਂ ਹੁਣ ਜਿਹਨੇ ਫਿਲ ਕਰ ਦਿੱਤਾ ਆ, ਫਿਰ ਭਾਈ ਜਿਹੜੀ ਲੈਟਰ ਹੁੰਦੀ ਹੈ ਕਿੰਨੇ ਟਾਈਮ ਬਾਅਦ ਆਪਾਂ ਨੂੰ ਨੋਟਿਸ ਆ ਜਾਂਦੀ ਹੈ ਜੀ? ਜਦੋਂ ਆਪਾਂ ਰਿਟਰਨ ਫਾਈਲ ਕਰਦੇ ਹਾਂ ਸਤਨਾਮ, ਤਾਂ ਆਪਾਂ ਨੂੰ ਨੋਟਿਸ ਆਫ ਅਸੈਸਮੈਂਟ 2 ਵੀਕ ਦੇ ਵਿੱਚ ਇਸ਼ੂ ਹੋ ਜਾਂਦਾ। ਠੀਕ ਹੈ ਭਾਜੀ। ਉਹ ਕੀ ਹੁੰਦਾ ਵਾ, ਆਮ ਨਾਰਮਲ ਵੇ ਦੇ ਵਿੱਚ 2 ਵੀਕ ਦੇ ਵਿੱਚ ਨੋਟਿਸ ਆਫ ਅਸੈਸਮੈਂਟ ਜਿਹੜਾ ਉਹਨਾਂ ਦਾ ਆਟੋਮੈਟਿਕ ਸਿਸਟਮ ਆ ਜਿਹੜਾ ਉਹ ਇਸ਼ੂ ਕਰ ਦਿੰਦਾ। ਜੀ ਰਿਫੰਡ ਵੀ ਹੋਵੇ ਜਾਂ ਕੁਝ ਵੀ ਹੋਵੇ, ਉਹ 2 ਵੀਕ ਦੇ ਵਿੱਚ ਇਸ਼ੂ ਕਰ ਦਿੰਦਾ। ਜੀ ਤੇ ਜੇ ਪਰ ਕੋਈ ਕਈ ਵਾਰ ਕੀ ਹੋਵੇ ਵੀ ਆਪਣੀ ਇਨਫੋਰਮੇਸ਼ਨ ਜਿਹੜੀ ਆਪਾਂ ਇਨਪੁਟ ਇੱਥੇ ਐਂਟਰ ਕੀਤੀ ਆ ਜੀ। ਰਿਟਰਨ 'ਚ, ਤੇ ਜਿਹੜੀ ਉਹਨਾਂ ਕੋਲ ਇਨਫੋਰਮੇਸ਼ਨ ਆ ਉਹਦੇ 'ਚ ਵੱਡਾ ਡਿਫਰੈਂਸ ਆ ਜਾਵੇ, ਜੀ ਮਤਲਬ ਕਿ ਪਰ ਉਹ ਬੱਚੇ ਨੂੰ ਨਾ ਪਤਾ ਹੋਵੇ, ਬੱਚੀ ਨੂੰ ਨਾ ਪਤਾ ਹੋਵੇ, ਕੋਈ ਇੱਕ ਮੇਜਰ ਕੋਈ ਵੱਡੀ ਅਮਾਉਂਟ ਦੀ T4 ਦਾ ਡਿਫਰੈਂਸ ਹੋਵੇ, ਫਿਰ ਉਹ 2 ਵੀਕ ਤੋਂ 4 ਵੀਕ ਲੈ ਲੈਂਦੇ ਆ। ਠੀਕ ਹੈ। ਫਿਰ ਕੀ ਕਰਦੇ ਆ, ਉਹ ਜਦ ਹੀ ਉਹ ਸਿਸਟਮ ਹੀ ਉਸ ਰਿਟਰਨ ਨੂੰ ਹੋਲਡ ਤੇ ਪਵਾ ਦਿੰਦਾ, ਠੀਕ ਫਿਰ ਉਹ ਬੰਦਾ ਆਥੋਰਾਈਜ਼ ਕਰਦੇ ਆ। ਜਦੋਂ ਉਹ ਦੇਖਦਾ ਵਾ ਕੋਈ ਜਿਹੜਾ ਮੇਜਰ ਡਿਫਰੈਂਸ ਆ ਜਾਂ ਕੁਝ ਵੀ ਆ ਉਹ ਕਲੀਅਰ ਹੋ ਗਿਆ ਜਾਂ ਕਰਤਾ ਉਹਨਾਂ ਨੇ, ਫਿਰ ਉਦੋਂ ਬਾਅਦ ਨੋਟਿਸ ਆਫ ਅਸੈਸਮੈਂਟ ਇਸ਼ੂ ਕਰ ਦਿੰਦੇ ਆ। ਠੀਕ ਹੈ। ਮਤਲਬ ਜਨਰਲ 2 ਵੀਕ। ਠੀਕ ਹੈ ਭਾਈ ਜੀ। ਤੇ ਭਾਈ ਮੰਨ ਲਓ ਇੱਕ ਮੈਨੂੰ ਲੱਗਦਾ ਸਾਰਿਆਂ ਨੂੰ ਜਿਹੜੀ ਮੇਨ ਕਨਫਿਊਜ਼ਨ ਰਹਿੰਦੀ ਆ ਵੀ ਅਸੀਂ ਕਦੋਂ ਤੱਕ ਟੈਕਸ ਫਿਲ ਕਰ ਸਕਦੇ ਹਾਂ ਜੀ? ਜੇ ਟੈਕਸ ਫਿਲ ਹੋ ਗਿਆ ਜਾਂ ਕਿਸੇ ਕੋਈ ਡੇਟ ਸਕਿਪ ਕਰ ਗਿਆ ਜੀ, ਫਿਰ ਉਹਦੇ ਲਈ ਕੀ ਸੋਲੂਸ਼ਨ ਹੁੰਦਾ ਭਾਜੀ? ਹਾਂ ਮੈਂ ਦੱਸਦਾ। ਪਹਿਲਾਂ ਤਾਂ ਆਉਂਦੀਆਂ ਡੇਟਸ ਨਾ। ਜੀ ਕੈਨੇਡਾ ਦੇ ਵਿੱਚ ਟੈਕਸ ਆ ਜਿਹੜਾ ਆਲਮੋਸਟ 2nd ਜਾਂ 3rd, ਮੋਸਟਲੀ 3rd ਵੀਕ ਆਫ ਫੈਬ ਤੋਂ ਸਟਾਰਟ ਹੁੰਦਾ ਹਰ ਸਾਲ। ਜੀ ਤੇ ਇੱਥੇ ਟੈਕਸ ਆ ਜਿਹੜਾ ਉਹ ਚੱਲਦਾ ਜਨਵਰੀ ਤੋਂ ਦਸੰਬਰ ਤੱਕ ਦਾ। ਠੀਕ ਹੈ। ਇਹਨਾਂ ਨੇ ਪੂਰਾ ਇੱਕ ਸਾਲ ਰੱਖਿਆ, ਜਨਵਰੀ ਤੋਂ ਦਸੰਬਰ। ਜਿਹੜੇ ਪਰਸਨਲ ਟੈਕਸਸ ਨੇ, ਕਾਰਪੋਰੇਸ਼ਨ ਦਾ ਜਿਹੜਾ ਪੀਰੀਅਡ ਆ ਉਹ ਡਿਫਰੈਂਟ ਹੋ ਸਕਦਾ ਵਾ, ਜੀ ਪਰ ਜਨਰਲੀ ਜਿਹੜਾ ਬੰਦੇ ਜਿਹੜੀ ਇੰਡੀਵਿਜੂਅਲ ਕੰਮ ਕਰਦੇ ਆ ਸਿਨ ਤੇ, ਉਹ ਜਨਵਰੀ ਤੋਂ ਲੈ ਕੇ ਦਸੰਬਰ ਆ। ਜੀ ਫੈਬਰੀ ਦੇ 2nd ਜਾਂ 3rd ਵੀਕ ਚ ਸਟਾਰਟ ਹੋ ਜਾਂਦਾ। ਜੀ ਤੇ 30th of April is the deadline to file all the tax returns ਠੀਕ ਹੈ ਜੀ। personally। ਠੀਕ ਹੈ ਜੀ। ਤਾਂ ਹੁਣ ਕੀ ਹੈਗਾ ਵਾ, ਆਪਣੇ ਕੋਲੇ ਇੱਕ ਸਫੀਸ਼ੀਐਂਟ ਪੀਰੀਅਡ ਹੈਗਾ ਵਾ। ਜੀ ਤੇ ਜਿਹੜੀ ਪੈਸਾ ਦੇਣ ਦੀ ਜੇ ਆਪਾਂ ਗਵਰਨਮੈਂਟ ਨੂੰ ਓ ਕਰਦੇ, ਉਹਦੀ ਡੈਡਲਾਈਨ ਵੀ 30th of April ਹੀ ਰੱਖੀ ਗਈ ਆ। ਤੇ ਇਹ ਹੈਗੇ ਆ ਜਿਨ੍ਹਾਂ ਨੂੰ ਸਿਨ ਦੇ ਉੱਤੇ T4s ਮਿਲੀਆਂ, ਜੀ ਇਹ 30 ਅਪ੍ਰੈਲ ਆ। ਜਿਹੜੇ ਬੰਦੇ ਸੈਲਫ ਇੰਪਲਾਇਡ ਕੈਟਾਗਰੀ ਚ ਆਉਂਦੇ ਆ, ਜਿਵੇਂ ਪਲੰਬਰਸ ਨੇ, ਇਲੈਕਟ੍ਰੀਸ਼ੀਅਨਸ ਨੇ, ਜਾਂ ਮਤਲਬ ਕਿ ਹੋਰ ਸੈਲਫ ਇੰਪਲਾਇਮੈਂਟ ਜਿਵੇਂ ਆਪਦੀ ਕੰਸਟਰਕਸ਼ਨ ਦਾ ਕੰਮ ਕਰਦੇ ਸੈਲਫ ਇੰਪਲਾਇਡ, ਜਾਂ ਟੈਕਸੀ ਡਰਾਈਵਰਸ ਵੀ ਆ ਜਾਂਦੇ ਨੇ ਉਹਨਾਂ 'ਚ। ਉਹਨਾਂ ਲਈ ਜੀ ਉਹਨਾਂ ਨੇ ਡੇਟ ਰੱਖੀ ਹੋਈ ਹੈਗੀ ਆ 15 ਜੂਨ। ਠੀਕ ਹੈ। ਉਹ 15 ਜੂਨ ਤੱਕ ਆਪਦੀ ਰਿਟਰਨ ਫਾਈਲ ਕਰ ਸਕਦੇ ਆ। ਤੇ ਜਿਹੜੇ ਇਹ ਨੇ ਇਹ 30 ਅਪ੍ਰੈਲ ਤੱਕ ਕਰ ਸਕਦੇ ਆ। ਤੇ ਪੇਮੈਂਟ ਜਿਹੜੀ ਦੇਣ ਦੀ ਪੈਸਾ ਅਗਰ ਤੁਸੀਂ ਉਹ ਕਰਦੇ ਹੋ ਗਵਰਨਮੈਂਟ ਦਾ, ਉਹ ਉਹਨਾਂ ਨੂੰ ਦੇਣ ਦੀ ਡੇਟ ਉਹਨਾਂ ਨੇ 30 ਅਪ੍ਰੈਲ ਰੱਖੀ ਹੋਈ ਆ। ਜੀ ਭਾਜੀ। ਜੇ ਤੁਸੀਂ ਟੈਕਸ ਆਪਦਾ 30 ਅਪ੍ਰੈਲ ਤੱਕ ਫਾਈਲ ਕਰ ਦਿੰਦੇ ਹੋ ਜੀ ਤਾਂ ਤੁਹਾਨੂੰ ਕੋਈ ਫਾਈਨ ਤੇ ਪੈਨਲਟੀ ਨਹੀਂ ਗੀ। ਠੀਕ ਹੈ। ਜੇ ਪੈਸੇ ਆਪਾਂ ਲੇਟ ਵੀ ਪੇ ਕਰ ਦਾਂਗੇ ਤਾਂ ਉੱਤੇ ਪੈਨਲਟੀ ਤੇ ਫਾਈਨ ਨਹੀਂਗਾ, ਇੰਟਰਸਟ ਹੋ ਸਕਦਾ ਮਿਨੀਮਲ, ਪਰ ਉਹਦੇ ਤੇ ਫਾਈਨ ਤੇ ਪੈਨਲਟੀ ਕੋਈ ਨਹੀਂ ਜੇ ਤੁਸੀਂ 30th of April ਤੱਕ ਉਹਨੂੰ ਫਾਈਲ ਕਰ ਦਿੰਦੇ ਹੋ। ਜੇ ਤੁਸੀਂ ਲੇਟ ਕਰਦੇ ਹੋ, ਜਿਵੇਂ ਫਾਰ ਐਗਜ਼ਾਮਪਲ 30th of April ਵਾਸ ਦਾ ਡੈਡਲਾਈਨ ਟੂ ਫਾਈਲ ਦਾ ਇਨਕਮ ਟੈਕਸ ਰਿਟਰਨ, ਤੁਸੀਂ ਜਾ ਕੇ ਜੁਲਾਈ ਚ ਕੀਤੀਆਂ ਤੇ ਗਵਰਨਮੈਂਟ ਨੂੰ ਤੁਸੀਂ ਪੈਸਾ ਦੇਣਾ ਵੀ ਸੀਗਾ, ਫਿਰ ਉਹਦੇ ਤੇ ਉਹ ਪੈਨਲਟੀ ਵੀ ਪਾਉਂਦੇ ਆ, ਇੰਟਰਸਟ ਵੀ ਪਾਉਂਦੇ ਆ, ਫਿਰ ਸਾਰਾ ਕੁਝ ਪਾਉਂਦੇ ਆ। ਸੋ ਮੇਕ ਸ਼ੋਰ ਕਰੋ ਵੀ ਜਿਹੜੀ ਟੈਕਸ ਦੀ ਰਿਟਰਨ ਆ, ਅਗਰ ਤੁਹਾਡੇ ਕੋਲ ਪੈਸਾ ਨਹੀਂ ਵੀ ਹੈਗਾ ਤਾਂ ਰਿਟਰਨ 30 ਅਪ੍ਰੈਲ ਤੋਂ ਪਹਿਲਾਂ ਤੱਕ ਫਾਈਲ ਕਰ ਦਿਓ। ਬਾਅਦ 'ਚ ਤੁਸੀਂ ਇੰਸਟਾਲਮੈਂਟਾਂ ਵੀ ਬਣਾ ਸਕਦੇ ਹੋ ਬੜੇ ਆਰਾਮ ਨਾਲ। ਉਹ ਮੰਨਦੇ ਆ, ਉਹ ਮੰਨ ਵੀ ਜਾਂਦੇ ਆ। ਤੁਸੀਂ ਜੋ ਕਹਿੰਦੇ ਹੋ ਵੀ ਮੈਂ 500 ਦੇਣਾ ਚਾਹੁੰਦਾ, 300 ਮੰਨ ਜਾਂਦੇ ਆ ਜੀ। ਪਰ ਮਤਲਬ ਕਿ ਫਾਈਲ ਟਾਈਮ ਸਿਰ ਕਰੋ। ਬਾਅਦ 'ਚ ਜੇ ਤੁਸੀਂ ਨਹੀਂ ਇਸ ਪੋਜੀਸ਼ਨ 'ਚ ਹੈਗੇ ਤਾਂ ਇੰਸਟਾਲਮੈਂਟਸ ਬਣਾ ਲਓ। ਪਰ ਉਹਦੇ 'ਚ ਕੀ ਆ ਵੀ ਆਪਾਂ ਲੇਟ ਫਾਈਲਿੰਗ ਪੈਨਲਟੀ ਤੋਂ ਬਚਾਂਗੇ ਜੀ। ਬਾਕੀ ਦਰਸ਼ਕੋ, ਅੱਜ ਜਿਹੜੇ ਸੀਗੀ ਤੁਸੀਂ ਪੂਰੀ ਵੀਡੀਓ ਦੇਖੀ ਆ, ਆਪਾਂ ਪੂਰਾ ਤੁਹਾਨੂੰ ਦੱਸਿਆ ਵੀ ਜਿਹੜਾ ਕੈਨੇਡਾ ਦੇ ਵਿੱਚ ਨਵਾਂ ਕੋਈ ਵੀ ਸਟੂਡੈਂਟ ਆਉਂਦਾ ਕਿੱਦਾਂ ਉਹਨੇ ਟੈਕਸ ਫਿਲ ਕਰਨਾ ਆ ਜਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਆ। ਤੇ ਬਾਕੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਵੀ ਆਉਂਦੀ ਆ ਦੈਨ ਤੁਸੀਂ ਭਾਜੀ ਉਹਨਾਂ ਦਾ ਨੰਬਰ ਵੀ ਥੱਲੇ ਆ ਰਿਹਾ ਆ, ਤੇ ਇਹਦੇ ਉੱਤੇ ਵੀ ਕੰਟੈਕਟ ਕਰ ਸਕਦੇ ਹੋ। ਬਾਕੀ ਉਮੀਦ ਕਰਦੇ ਹਾਂ ਵੀ ਜਿਹੜੀ ਅੱਜ ਦੀ ਵੀਡੀਓ ਤੁਹਾਨੂੰ ਬੜੀ ਪਸੰਦ ਆਈ ਹੋਊਗੀ, ਤੇ ਜਿਹੜੇ ਤੁਹਾਡਾ ਕੋਈ ਵੀ ਸੁਝਾਅ ਹੈਗਾ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਓ। ਬਾਕੀ ਨੈਕਸਟ ਟਾਈਮ ਅਸੀਂ ਕੋਈ ਨਵੀਂ ਵੀਡੀਓ ਲੈ ਕੇ ਆਵਾਂਗੇ। ਤੇ ਭਾਈ ਤੁਹਾਡਾ ਬੜਾ ਧੰਨਵਾਦ ਜੀ। ਠੀਕ ਹੈ ਜੀ। ਹਾਂਜੀ, ਤੇ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਦੇ ਲਈ ਤੁਸੀਂ ਜਿਹੜਾ ਸਾਡਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰ ਲਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ। ਧੰਨਵਾਦ।